ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਦਰਸ਼ਕੋ। ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਤੁਸੀਂ ਦੇਖ ਰਹੇ ਹੋ ਜਸ ਟੀਵੀ, ਹੱਕ ਸੱਚ ਤੇ ਆਵਾਮ ਦੀ ਆਵਾਜ਼। ਦਰਸ਼ਕੋ, ਇੱਕ ਨਿਵੇਕਲਾ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੋਇਆ। ਇੱਕ ਆਪਣੀ ਆਦਤ ਬਣ ਗਈ ਕਿ ਆਪਾਂ ਕੋਈ ਵੀ ਨੈਗੇਟਿਵ ਚੀਜ਼ ਆ ਉਹਨੂੰ ਜ਼ਿਆਦਾ ਉਛਾਲਦੇ ਹਾਂ ਤੇ ਉਹਦੇ ਉੱਤੇ ਹੀ ਕਨਸਨਟ੍ਰੇਸ਼ਨ ਕਰਦੇ ਰਹਿੰਦੇ। ਕਦੇ ਆਪਾਂ ਕਹਿੰਦੇ ਕਿ ਪੰਜਾਬ ਨੂੰ ਜੋ ਹੈ ਜਿਹੜੇ ਰੂਰਲ ਡਿਵੈਲਪਮੈਂਟ ਫੰਡ ਹੈ ਉਹ ਰੋਕ ਲਏ ਗਏ, ਕਦੇ ਕਹਿੰਦੇ ਕੋਇਲੇ ਦੀ ਸਪਲਾਈ ਰੋਕ ਲਈ ਗਈ, ਕਦੇ ਆਪਾਂ ਕਹਿੰਦੇ ਕਿ ਫਸਲਾਂ ਨਹੀਂ ਚੱਕ ਹੋ ਰਹੀਆਂ ਕਿਉਂਕਿ ਸੈਂਟਰ ਜਿਹੜਾ ਬਾਰਦਾਨਾ ਨਹੀਂ ਭੇਜ ਰਿਹਾ। ਟਾਈਮ ਦੇ ਟਾਈਮ ਨਾਲ ਸਾਰੀ ਚੀਜ਼ਾਂ ਸਹੀ ਵੀ ਹੋ ਜਾਂਦੀਆਂ, ਪਰ ਗੱਲ ਮੈਂ ਇੱਕ ਪੋਜ਼ੀਟਿਵਿਟੀ ਦੀ ਲੈ ਕੇ ਆਇਆ। ਇੱਥੇ ਬੜੀਆਂ ਟਿੱਪਣੀਆਂ ਆਈਆਂ ਸੀ ਕਿ ਬਹੁਤ ਚੀਜ਼ਾਂ ਹੁੰਦੀਆਂ ਨੇ ਦਰਸ਼ਕੋ ਜਿਹੜੀਆਂ ਸੈਂਟਰ ਆਪਦੀ ਯੋਜਨਾਵਾਂ ਆਪਦੀਆਂ ਸਕੀਮਾਂ ਚਲਾਉਂਦਾ ਤਾਂ ਲੋਕਾਂ ਨੂੰ ਫਾਇਦਾ ਵੀ ਮਿਲਦਾ। ਇੱਕ ਬਹੁਤ ਵਧੀਆ ਮਿਸਾਲ ਪਿੱਛੇ ਜੇ ਸੋਸ਼ਲ ਮੀਡੀਆ 'ਤੇ ਮੈਂ ਦੇਖੀ ਸੀ ਜਲੰਧਰ ਸਿਟੀ ਦੇ ਵਿੱਚ ਕਿ ਇੱਕ ਸਰਦਾਰ ਜੀ ਆਟੋ ਚਲਾ ਰਹੇ ਤਾਂ ਉਹਨਾਂ ਨੇ ਮੋਦੀ ਸਾਹਿਬ ਦੀ ਫੋਟੋ ਲਾਈ ਹੋਈ ਸੀ ਤੇ ਕਿਸੇ ਨੇ ਪੁੱਛਿਆ, ਕਿਸੇ ਸੱਜਣ ਨੇ ਵੀ ਕਿਉਂ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਉਹਨੂੰ ਵਿਚਾਰੇ ਨੂੰ ਕੋਈ ਰੋਗ ਸੀਗਾ, ਕੋਈ ਉਹਨੂੰ ਹੈਲਥ ਇਸ਼ੂਜ਼ ਸੀਗੇ ਤੇ ਉਹਦੇ ਕੋਲ ਪੈਸੇ ਇੰਨੇ ਹੈ ਨਹੀਂ ਸੀ ਕਿ ਇਲਾਜ ਕਰਾ ਸਕੇ। ਕੋਈ ਸਪੈਸ਼ਲ ਸਕੀਮ ਸੈਂਟਰਲ ਗੌਰਮੈਂਟ ਦੀ ਜਿਹਦੇ ਅੰਡਰ ਉਹ ਕਹਿੰਦਾ ਕਿ ਮੇਰਾ ਇੱਕ ਪੈਸਾ ਵੀ ਨਹੀਂ ਲੱਗਿਆ ਤੇ ਮੈਂ ਅੱਜ ਵਧੀਆ ਆਪਦੀ ਰੋਟੀ ਕਮਾ ਰਿਹਾ ਤੇ ਆਪਦੇ ਪਰਿਵਾਰ ਨੂੰ ਪਾਲ ਰਿਹਾ ਆਟੋ ਚਲਾ ਕੇ। ਤਾਂ ਉਹਨੇ ਬਕਾਇਦਾ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਫੋਟੋ ਉੱਤੇ ਲਾਈ ਹੋਈ ਸੀਗੀ। ਸੋ ਮੈਂ ਅੱਗੇ ਵੀ ਕਰਦਾ ਹੁੰਦਾ ਕਿ ਬਹੁਤ ਜਿਹੜੀਆਂ DBT ਹੈ, ਡਾਇਰੈਕਟ ਜਿਹੜੀ ਹੈਗੀ ਆ ਬੈਨੀਫਿਟ ਟ੍ਰਾਂਸਫਰ, ਇੱਕ ਜਿਹੜੀ ਹੈ ਪ੍ਰਧਾਨ ਮੰਤਰੀ ਮੁਦਰਾ ਕੋਸ਼ ਯੋਜਨਾ ਜਿਹਦੇ ਵਿੱਚ ਘੱਟੋ ਘੱਟ 70% ਜਿਹੜੀਆਂ ਮਹਿਲਾਵਾਂ ਨੂੰ ਨਾ ਲੋਨ ਦਿੱਤੇ ਗਏ ਤਾਂ ਕਿ ਉਹ ਛੋਟਾ ਮੋਟਾ ਕਾਰੋਬਾਰ ਕਰ ਸਕਣ। ਫਿਰ ਆਪਾਂ ਗੱਲ ਕਰੀਏ ਕਿ ਜਿਹੜੀ ਡਾਇਰੈਕਟ ਟ੍ਰਾਂਸਫਰ ਸਾਰਿਆਂ ਤੋਂ ਜ਼ਿਆਦਾ ਪਿਛਲੇ ਸਾਲ ਦੀ ਗੱਲ ਕਰੀਏ ਜਾਂ ਆંકੜੇ ਦੇਖੀਏ ਤਾਂ ਡਿਜੀਟਲ ਟ੍ਰਾਂਸਫਰ ਦੇ ਵਿੱਚ ਇੰਡੀਆ ਨੰਬਰ 1 ਰਿਹਾ ਪੂਰੇ ਸਾਲ ਦੇ ਵਿੱਚ। ਪੂਰੇ ਵਰਲਡ ਦੇ ਵਿੱਚੋਂ ਸਭ ਤੋਂ ਜ਼ਿਆਦਾ ਡਿਜੀਟਲ ਟ੍ਰਾਂਸਫਰ ਉਹ ਇੰਡੀਆ ਦੇ ਵਿੱਚ ਹੋਏ। ਬਹੁਤ ਗੱਲਾਂ ਨੇ DBT ਟ੍ਰਾਂਸਫਰ ਦੀਆਂ ਗੱਲਾਂ। ਆਪਾਂ ਪੰਜਾਬ ਦੀ ਵੀ ਗੱਲ ਕਰਾਂਗੇ ਕਿਉਂਕਿ ਮੇਰੇ ਨਾਲ ਇੱਕ ਮਾਣਮੱਤੀ ਸ਼ਖਸੀਅਤ ਬਣੇ ਹੋਏ ਨੇ, ਨੈਸ਼ਨਲ ਕਮਿਸ਼ਨ ਫॉर HC ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਵਿਜੇ ਸਾਂਪਲਾ ਸਾਡੇ ਨਾਲ ਬਣੇ ਹੋਏ ਨੇ। ਉਹਨਾਂ ਤੋਂ ਸਾਰੀਆਂ ਸਕੀਮਾਂ ਬਾਰੇ ਵੀ ਗੱਲ ਕਰਾਂਗੇ। ਸਾਂਪਲਾ ਸਾਹਿਬ, ਬਹੁਤ ਬਹੁਤ ਸਵਾਗਤ ਜੀ ਤੁਹਾਡਾ ਜਸ ਪੰਜਾਬੀ ਦੇ ਮੰਚ ਤੇ। ਬਹੁਤ ਬਹੁਤ ਧੰਨਵਾਦ ਗੁਰਲਾਲ ਜੀ, ਔਰ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਮਾਰਨਿੰਗ ਹੈ ਉੱਥੇ, ਤੁਸੀਂ ਟਾਈਮ ਕੱਢਿਆ, ਬਹੁਤ ਬਹੁਤ ਧੰਨਵਾਦ। ਅਗੇਨ 29 ਲੱਖ ਕਰੋੜ ਰੁਪਈਆ ਜਿਹੜਾ ਹੈ DBT ਜਿਹੜੇ ਹੈਗੇ ਆ ਡਾਇਰੈਕਟ ਬੈਨੀਫਿਟ ਟ੍ਰਾਂਸਫਰ। ਸਰ ਮੈਂ ਸਕੀਮਾਂ ਉਹ ਕਰਾਂ ਕਿ ਆਪਾਂ ਲੋਕਾਂ ਨੂੰ ਰੂਬਰੂ ਕਰਾਈਏ। ਬਹੁਤ ਸਕੀਮਾਂ, ਬਹੁਤ ਯੋਜਨਾਵਾਂ ਹੁੰਦੀਆਂ ਜਿਹੜੀਆਂ ਲੋਕਾਂ ਤੱਕ ਪਹੁੰਚਦੀਆਂ ਨਹੀਂ, ਔਰ ਇੱਥੇ ਜਦੋਂ NRI ਸੱਥ ਦੇ ਵਿੱਚ ਗੱਲ ਹੁੰਦੀ ਹੈ ਤਾਂ ਸਿਰਫ ਨੈਗੇਟਿਵਿਟੀ ਹੁੰਦੀ, ਰੂਰਲ ਡਿਵੈਲਪਮੈਂਟ ਇਹ ਉਹ ਫਲਾਨਾ। ਇਹਦੇ ਬਾਰੇ ਤੁਸੀਂ ਚਾਨਣਾ ਪਾਓ ਕਿ 29 ਲੱਖ ਕਰੋੜ ਰੁਪਈਆ ਜਿਹੜਾ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦੇ ਥਰੂ ਲੋਕਾਂ ਨੂੰ ਦਿੱਤਾ ਗਿਆ, ਉਹ ਕੀ ਹੈ, ਸਕੀਮ ਕੀ ਹੈ, ਔਰ ਲੋਕਾਂ ਦੇ ਕੰਮ ਕਿੱਦਾਂ ਆ ਰਹੀ ਹੈ? ਡਾਇਰੈਕਟ ਟ੍ਰਾਂਸਫਰ ਜਿਹੜਾ ਬੈਨੀਫੀਸ਼ੀਅਰੀ ਟ੍ਰਾਂਸਫਰ ਦਾ ਮਤਲਬ ਹੈ ਕਿ ਅਕਾਊਂਟ ਦੇ ਵਿੱਚ ਸਿੱਧਾ ਹੁਣ ਜਿਹੜਾ ਬੈਂਕਾਂ ਦਾ ਵਿੱਚ ਉਹਨਾਂ ਦੇ ਖਾਤੇ 'ਚ ਪੈਸੇ ਜਾਣਗੇ। ਤੁਸੀਂ ਸੁਣਿਆ ਹੋਣਾ ਕਿ ਕਦੀ ਇੱਕ ਰਾਜੀਵ ਗਾਂਧੀ ਜਿਹੜੇ ਪ੍ਰਧਾਨ ਮੰਤਰੀ ਸਾਬਕਾ ਰਹੇ ਨੇ, ਉਹਨਾਂ ਦੀ ਇੱਕ ਸਟੇਟਮੈਂਟ ਸੀ ਕਿ ਸਾਡੇ ਕੇਂਦਰ ਤੋਂ ਜਿਹੜਾ ਪੈਸਾ ਅਸੀਂ ਭੇਜਦੇ ਹਾਂ ਉਹ ਥੱਲੇ ਤੱਕ ਜਾਂਦਾ 85 ਪੈਸੇ ਰਾਹ 'ਚ ਖਤਮ ਹੋ ਜਾਂਦੇ, ਬੈਨੀਫੀਸ਼ੀਅਰੀ ਦੇ ਪੱਲੇ 15% ਤੱਕ ਜਾਂਦੇ ਆ, ਬਾਅਦ 'ਚ ਰਸਤੇ 'ਚ। ਔਰ ਡਾਇਰੈਕਟ ਬੈਨੀਫਿਟ ਦਾ ਮਤਲਬ ਹੈ ਕਿ ਉਹਦੇ ਜਦੋਂ ਹੀ ਇੱਥੇ ਬਟਨ ਦੱਬਦੇ ਆ ਪੈਸਾ ਪੂਰੇ ਦਾ ਪੂਰਾ 1 ਰੁਪਏ ਦਾ 1 ਰੁਪਇਆ ਹੀ, ਜਾਣੀ 100% ਉਹਨੂੰ ਜਿਹੜੇ ਆ ਅਕਾਊਂਟ ਦੇ ਵਿੱਚ ਟ੍ਰਾਂਸਫਰ ਹੋ ਜਾਂਦਾ। ਜਿਸ ਤਰੀਕੇ ਨਾਲ ਤੁਹਾਡੇ ਹੁਣ ਕਿਸਾਨ ਵਿਕਾਸ ਨਿਧੀ ਦੀ ਗੱਲ ਕਰਦੇ ਆ, ਕਿਸਾਨਾਂ ਨੂੰ ਹਰ ਸਾਲ 6000 ਰੁਪਇਆ ਜਾਂਦਾ, 2-2000 ਰੁਪਏ ਦੀਆਂ ਕਿਸ਼ਤਾਂ ਦੇ ਨਾਲ 3, ਔਰ ਉਹ ਇੱਕੋ ਦਿਨ ਹੀ ਉਸੇ ਵੱਲੋਂ ਬਟਨ ਦੱਬਦੇ ਆ ਔਰ ਵਿਦਿਨ ਅ ਸੈਕਿੰਡਸ ਜਿਹੜਾ ਆ ਉਹ ਸਾਰਿਆਂ ਦੇ ਖਾਤਿਆਂ 'ਚ ਅਰਬਾਂ ਰੁਪਇਆ ਜਿਹੜਾ ਟ੍ਰਾਂਸਫਰ ਹੋ ਜਾਂਦਾ ਹੈ। ਹਰ ਖਾਤੇ 'ਚ 2000 ਰੁਪਇਆ ਟ੍ਰਾਂਸਫਰ ਹੋ ਜਾਂਦਾ ਹੈ। ਔਰ ਇਸੇ ਤਰ੍ਹਾਂ ਹੀ ਅੱਜ ਕੱਲ੍ਹ ਤਨਖਾਹਾਂ ਆ ਉਹ ਉਹਦੇ 'ਚ ਹੁੰਦੀਆਂ। ਪੰਚਾਇਤਾਂ ਨੂੰ ਜਿਹੜੀਆਂ ਆ ਪਹਿਲਾਂ ਚੈੱਕ ਰਾਹੀਂ ਦਿੰਦੇ ਸੀ, ਜਦੋਂ ਚੈੱਕ ਦਿੰਦੇ ਸੀ ਉਹਦੇ 'ਚ ਰਸਤੇ 'ਚ ਬਹੁਤ ਸਾਰੀਆਂ ਹਿਡਨ ਐਡਜਸਟਮੈਂਟਾਂ ਹੁੰਦੀਆਂ ਸੀ। ਹੁਣ ਉਹ ਜਿਹੜੀ ਪੰਚਾਇਤ ਨੂੰ ਗ੍ਰਾਂਟ ਆਉਂਦੀ ਆ ਉਹ ਡਾਇਰੈਕਟ ਪੰਚਾਇਤ ਦੇ ਖਾਤੇ ਜਾਂਦੀ ਹੈ, ਯਾਨੀ ਵਿੱਚੋਂ ਚੈੱਕ ਸਿਸਟਮ ਕੱਢ ਦਿੱਤਾ। ਉਹ ਚੈੱਕ ਸਿਸਟਮ ਦੇ ਵਿੱਚ ਦੇਣ ਲੈਣ ਖਤਮ ਕਰਤਾ। ਹੁਣ ਤਾਂ ਉਹਨੂੰ ਉਹਦੀ ਕ੍ਰੈਡੀਬਿਲਿਟੀ ਵੀ ਹੋ ਗਈ ਕਿਉਂਕਿ ਇਹ ਕਹਿ ਨਹੀਂ ਸਕਦਾ ਕਿ ਮੈਂ ਉਹਨੂੰ ਦੇ ਦਿੱਤੇ ਨਹੀਂ ਦਿੱਤੇ, ਉਹਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਹੋਏ ਕਿ ਨਹੀਂ ਹੋਏ, ਉਸੇ ਵੇਲੇ ਅਕਾਊਂਟਮੈਂਟ ਸਟੇਟਮੈਂਟ ਆ ਜਾਂਦੀ ਹੈ ਔਰ ਪ੍ਰਾਰਥੀ ਨੂੰ ਉਹਦੇ ਸਾਹਮਣੇ ਵਾਲੇ ਨੂੰ ਜਿਹੜਾ ਆ ਉਹ ਮੈਸੇਜ ਵੀ ਆ ਜਾਂਦਾ। ਸੋ ਇਹ ਡਾਇਰੈਕਟ ਟ੍ਰਾਂਸਫਰ ਦੇ ਨਾਲ ਬਹੁਤ ਵੱਡਾ ਜਿਹੜਾ ਫਾਇਦਾ ਆ। ਔਰ ਇੱਕ ਇਹ ਕਹਿ ਸਕਦੇ ਹਾਂ ਕਿ ਵੀ ਹਿੰਦੁਸਤਾਨ ਨੇ ਇਸ ਮਾਮਲੇ 'ਚ ਅਕਾਊਂਟ ਦੀ ਟ੍ਰਾਂਸਫਰ ਦੇ ਵਿੱਚ ਇੱਕ ਰੈਵੋਲੂਸ਼ਨ ਲਿਆਂਦਾ ਹੈ। ਇਹ ਕੋਈ ਛੋਟੀ ਮੋਟੀ ਗੱਲ ਨਹੀਂ, ਔਰ ਰੈਵੋਲੂਸ਼ਨ ਜਿਹੜਾ ਆਇਆ, ਔਰ ਤੁਸੀਂ ਆਪ ਹੀ ਆਪਣੀ ਗੱਲ 'ਚ ਕਿਹਾ ਕਿ ਇਸ ਵੇਲੇ ਹਿੰਦੁਸਤਾਨ ਦੁਨੀਆ ਦੇ ਵਿੱਚ ਸਭ ਤੋਂ ਵੱਧ
ਇਸ ਦੇ ਉੱਤੇ ਕੰਮ ਕਰਨ ਵਾਲਾ। ਔਰ ਹੁਣ ਜੇਬ 'ਚ ਪੈਸੇ ਰੱਖਣ ਦੀ ਵੀ ਲੋੜ ਨਹੀਂ, ਬੰਦਾ ਜਾਂਦਾ ਹਰ ਇੱਕ ਜਗ੍ਹਾ ਤੇ ਜਾਂਦਾ, ਹਰੇਕ ਤੇ ਸਕੈਨਰ ਪਿਆ, ਉਹਨਾਂ ਦੇ QR ਨੂੰ ਸਕੈਨ ਕਰੋ ਔਰ ਉਹਦੇ ਅਕਾਊਂਟ 'ਚ ਟ੍ਰਾਂਸਫਰ। ਔਰ ਰੇਹੜੀ ਫੜੀ ਵਾਲਿਆਂ ਨੇ ਵੀ ਹੁਣ ਕੈਸ਼ ਰੱਖਣਾ ਜਿਹੜਾ ਬੰਦ ਕਰਤਾ, ਔਰ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ 2 ਮਿੰਟ ਦੇ ਵਿੱਚ ਹੀ ਉਹਨਾਂ ਨੂੰ ਪੈਸੇ ਆ ਜਾਂਦੇ ਔਰ ਉਹਨਾਂ ਨੂੰ ਮੈਸੇਜ ਆ ਜਾਂਦਾ ਤੁਹਾਡੇ ਅਕਾਊਂਟ 'ਚ ਜਿਹੜੇ ਪੈਸੇ ਇੰਨੇ ਆ ਗਏ ਆ। ਸੋ ਭਾਨ ਦਾ ਵੀ ਚੱਕਰ ਨਹੀਂ, ਪੈਸੇ ਹੁੰਦੇ ਸੀ ਖੁੱਲੇ ਹੈ ਨਹੀਂ ਫਲਾਨਾ, ਉਹ ਸਾਰੀਆਂ ਚੀਜ਼ਾਂ ਦਾ ਕੰਮ ਖਤਮ ਹੋ ਗਿਆ। ਇਹ ਬਹੁਤ ਵੱਡੀ ਜਿਹੜੀ ਰੈਵੋਲੂਸ਼ਨ ਜਿਹੜੀ ਹੈ ਹਿੰਦੁਸਤਾਨ 'ਚ ਮਾਨਯੋਗ ਮੋਦੀ ਜੀ ਨੇ ਲੈ ਕੇ ਆਂਦੀ ਹੈ। ਇਹ ਡਾਇਰੈਕਟ ਬੈਨੀਫਿਟ ਦਾ ਫਾਇਦਾ ਆ, ਔਰ ਜਿੰਨੇ ਵੀ ਪੈਸੇ ਦੇਣੇ ਉਹ ਐਨ ਉਸੇ ਵੇਲੇ ਵਿਦਿਨ ਸੈਕਿੰਡਸ ਉਹਦੇ ਅਕਾਊਂਟ 'ਚ ਚਲੇ ਜਾਂਦੇ ਆ। ਔਰ ਜਿਹਦਾ ਹੈ ਕਿ ਲੈਣ ਵਾਲੇ ਨੂੰ ਵੀ ਫਾਇਦਾ ਹੈ, ਦੇਣ ਵਾਲੇ ਨੂੰ ਵੀ ਕੋਈ ਉਹਦੇ 'ਚ ਫਾਇਦਾ। ਔਰ ਅੱਗੇ ਹੁੰਦਾ ਸੀ ਕਿ ਕੋਈ ਕਹਿੰਦੇ ਮੈਨੂੰ ਮਿਲੇ ਨਹੀਂ ਮਿਲੇ, ਹੁਣ ਇਹ ਵੀ ਨਾ ਤਾਂ ਉਹ ਕਹਿ ਸਕਦਾ ਮੈਨੂੰ ਮਿਲੇ ਨਹੀਂ, ਨਾ ਹੀ ਕਹਿ ਸਕਦਾ ਕੋਈ ਹੋਰ ਤਰੀਕੇ ਦਾ ਬਹਾਨਾ ਕਰ ਸਕਦਾ। ਔਰ ਸਾਰੇ ਉਹਨਾਂ ਦੇ ਅਕਾਊਂਟ 'ਚ ਔਰ ਜਿਹੜੀ ਹੈ ਟ੍ਰਾਂਜੈਕਸ਼ਨ ਜਿਹੜੀ ਹੈ ਉਹ ਜਿਹੜੀ ਆਪਾਂ ਕਹਿ ਸਕਦੇ ਕਿ ਕਿਤੇ ਵੀ ਦੇਖੀ ਜਾ ਸਕਦੀ ਹੈ। ਜੀ 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 ਇੱਕ ਜਿਹੜੀ ਸਕੀਮ ਆ ਸਾਂਪਲਾ ਸਾਹਿਬ, ਪ੍ਰਧਾਨ ਮੰਤਰੀ ਮੁਦਰਾ ਯੋਜਨਾ ਲੇਡੀਜ਼ ਵਾਸਤੇ ਆ, ਉਹ ਮੇਰੇ ਖਿਆਲ ਲੇਡੀਜ਼ ਵਾਸਤੇ ਨਹੀਂ, ਸਾਰਿਆਂ ਵਾਸਤੇ ਹੈ, ਸਾਰਿਆਂ ਵਾਸਤੇ, ਪਰ 70% ਲੇਡੀਜ਼ ਨੇ ਉਹਦਾ ਫਾਇਦਾ ਚੱਕਿਆ ਪਿੱਛੇ ਜੇ। ਮੈਨੂੰ ਇਹ ਦੱਸੋ ਲੇਡੀਜ਼ ਨੂੰ ਉਹ 'ਚ ਪ੍ਰਾਇੋਰਟੀ ਦਿੱਤੀ ਗਈ ਹੈ। ਇਹ ਮੁਦਰਾ ਯੋਜਨਾ ਦੇ ਜੀ ਜੀ ਮੁਦਰਾ ਯੋਜਨਾ ਜਿਹੜੀ ਆ ਉਹ ਇੱਕ 3 ਤਰ੍ਹਾਂ ਦੀ ਹੈ, शिशु, किशोर और तरुण। शिशु का मतलब बहुत छोटा हो गया जो बच्चा कहने, किशोर का मतलब जो टीनेजर मतलब थोड़ा जिहा बड़ा हो गया, और तरुण का मतलब जवान मतलब बड़ा थोड़ा। तरुण जी शिशु के 1000 रुपए तो लैके 50,000 रुपए तक की जी स्कीम है किसी भी बेनीफिशरी को दी जाती है। और किशोर के 51,000 तो लैके 5 लाख तक, और 5 लाख 1,000 तो लैके 10 लाख रुपए तक वो तरुण योजना है। और हर एक दे और ये छोटियां इस करके है कि जो रेहड़ी फड़ी वाला आप देखते हैं कि गलियां सब्जी बेचण वाला सी, वो शाम किसी कहता यार मैंने पैसे दे तेन मैं आन के 100 रुपये वध दे के 1000 दे दे, मैं तेन शाम को 1100 दे दूंगा, या कुछ ना कुछ लालच दे के करता सी। हुण उसले 1000 रुपये बहुत वड्डी गल सी, और सब्जी जाके लैके आनी और आन के उन्हें बेचनी। मान लो 5,000 10,000 की गल कर ली अज की डेट च, पहले जो 1000 की गल करते हो पुरानी हो गई, पर अज जो 5-10 हज़ार की उन्होंने लोड़ है तो वो पहला मान लो कहता तेन मैं 5500 दे दूंगा, पर अज उस वेले जाके लिमिट वो 50,000 तक रुपए तक वो जानी जो मर्जी उन्होंने तो लोन लै सकता, और वो कोई बैंक गारंटी भी नहीं। 10 लाख तक किसी की कोई बैंक गारंटी भी नहीं गी, और वो बैंक जाओगे तो थोड़े बहुत जोड़ा उन्होंने कहोगे तो पैसा तो जो दे दोगे, और तुहाडा एक बैंक का रेट और प्राइवेट शाहूकारा रेट जो प्राइवेट बार वो जमीन आसमान का अंतर है। और वो बहुत सारा फायदा जोड़ा आ शिशु के और तरुण मतलब किशोर तरुण के गरीब लोगों के लिए एक तरीके ना देखे जाए, वो गरीब लोगों की योजना है। उन्होंने वास्ते जोड़े छोटे छोटे कारोबार करते, कोई रेहड़ी फड़ी करता, कोई चाह की दुकान करता है, ये जिन्हों दी लोड़ ही 5-5 10-10 हज़ार रुपये है, उन्होंने लिए बहुत बड़ी लाहेबंद स्कीम आई है, और वह लोगों को बहुत फायदा होया। और वो महिलावां भी बहुत सारे कारोबार अजकल करती, किसी पासों पिछे नहीं है, और प्रायोरिटी जी उन्होंने महिलावां भी वो बहुत बड़ा योगदान जोड़ा है वो दिता है। 70% जो वो छोटी मोटी आंकड़ा नहीं है, वो छोटिया योजना जड़ियाँ महिलावां ने भी बहुत बड़ा योगदान लिया है। जी 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 सामला साहब एक होर स्कीम है, फिर इस बाद आप कहेंगे बंदा अप्लाई किद्दां कर सकता, वो भी दर्शकों के रूबरू हो के जरूर दस्यो कि ये चीज़ां अप्लाई। एक है जन धन आधार विजन योजना जी है वो कमजोर वर्ग को सशक्त करने वास्ते है, वो किहड़े वर्ग में जाती है तो किद्दां अप्लाई करना इन्हां सारियां वास्ते? देखो जन धन योजना तो जी वो तो एक है बैंक के अकाउंट खोलना। हाँ जी, पहला खाते जोड़ा आ 2% तो वध लोगों का अकाउंट नहीं सी, मान लो जो लोगों का अकाउंट से बहुत घट गिनती सी। अज जो डीबीटी बहुत बड़ा जोड़ा असीं कह सकते कि हिंदुस्तान पूरी दुनिया सब तो अगे आ, मोदी जी ने स्पैशली जोड़ा जन धन के मामले हरेक दे खाते जोड़ा खाता होना चाहिए। और हमेशा जो बैंक के खाता खुलाउण जाते कहते मिनीमम इन्ना पैसा होना चाहिए, वो जीरो बैलेंस के उत्ते भी खुलेगा। मान लो खाते च उन्हें कोई रुपया जमा नहीं कराया पर वह खाता होएगा, और वो खाते अगर 6 महीने बहुत वधिया चलता है तो उन्होंने जो 5,000 रुपये का क्रेडिट भी मिलता। मान लो वो कोई लैन देन वो चलता है और वो अकाउंट साफ है तो 5,000 रुपये महीने तक ओवरड्राफ्ट भी कर सकता।
ਜਿਸ ਤਰ੍ਹਾਂ ਤੁਹਾਡੇ ਮੈਂ 1000 ਤੋਂ 50000 ਤੱਕ ਲੋਨ ਸੀ, ਯਾਨੀ ਉਹਨੂੰ ਲੋਨ ਲੈਣ ਦੀ ਅਪਲਾਈ ਵੀ ਕਰਨ ਦੀ ਲੋੜ ਨਹੀਂ, ਔਰ ਉਹਦੇ ਸਿੱਧਾ ਸਿੰਪਲ ਇੱਕ ਬੈਂਕ 'ਚ ਜਾ ਕੇ ਉਹਨੇ ਖਾਤਾ ਖੁਲਾਉਣਾ ਹੈ, ਆਪਣਾ ਆਧਾਰ ਕਾਰਡ ਦੇਣਾ ਹੈ, ਬੈਂਕ ਦੇ ਵਿੱਚ ਜਾ ਕੇ ਖਾਤਾ ਖੁਲਾਉਣਾ ਹੈ, ਔਰ ਉਹ ਜਿਹੜਾ ਹੈ ਅਕਾਊਂਟ ਤੁਹਾਡਾ ਖੁੱਲ ਜਾਣਾ ਹੈ। ਔਰ ਉਹਦੇ 'ਚ ਜਿੰਨੀਆਂ ਵੀ ਗਵਰਨਮੈਂਟ ਦੀਆਂ ਗਰੀਬਾਂ ਦੇ ਲਈ ਸਰਵਿਸਿਜ਼ ਹੈ, ਜਿੰਨੀਆਂ ਵੀ ਸਰਵਿਸਿਜ਼, ਉਹ ਸਾਰੀਆਂ ਸਰਵਿਸ ਉਸ ਜਨ ਧਨ ਅਕਾਊਂਟ ਦੇ ਵਿੱਚ ਆਟੋਮੈਟਿਕਲੀ ਟ੍ਰਾਂਸਫਰ ਹੁੰਦੀ ਹੈ। ਜਿੱਦਾਂ ਹੁਣ ਕਰੋਨਾ ਕਾਲ ਆਇਆ ਤੇ ਉਹਦੇ ਵਿੱਚ ਜੇ ਕਿਸੇ ਨੂੰ ਸਰਕਾਰ ਨੇ ਮਾਲੀ ਮਦਦ ਕੀਤੀ ਹੈ ਤਾਂ ਸਿੱਧਾ ਜਨ ਧਨ ਅਕਾਊਂਟ ਦੇ ਵਿੱਚ ਉਹਨਾਂ ਨੂੰ ਟ੍ਰਾਂਸਫਰ ਕਰ ਦਿੱਤਾ, ਹਰ ਇੱਕ ਅਕਾਊਂਟ ਦੇ ਵਿੱਚ। ਤੇ ਉਹ ਜਿਹੜੀਆਂ ਚੀਜ਼ਾਂ, ਇਹ ਜਨ ਧਨ ਦਾ ਮਤਲਬ ਇਹ ਸਾਰੀਆਂ ਗਰੀਬ ਦੇ ਵਾਸਤੇ ਆ, ਤਾਂ ਕਿ ਉਹ ਜਿਹੜਾ ਜਿਹਦੇ ਕੋਲ ਕੋਈ ਜੇਬ 'ਚ ਪੈਸਾ ਨਾ ਹੁੰਦੇ ਹੋਏ ਵੀ ਅਕਾਊਂਟ ਖੋਲ੍ਹ ਸਕਦਾ। ਔਰ ਉਹਦੇ 'ਚ ਜਿਹੜੀਆਂ ਵੀ ਸਰਕਾਰ ਦੀਆਂ ਯੋਜਨਾਵਾਂ, ਬਜਾਏ ਕਿ ਉਹ ਹੁਣ ਪੈਸਾ ਡਿਸਟਰੀਬਿਊਸ਼ਨ ਹੋਵੇ, ਉਹ ਬਟਨ ਦਬਾਓ ਤੇ ਉਹਦੇ ਖਾਤੇ ਚਲ ਜਾਂਦੀ ਹੈ। ਇਹ ਜਨ ਧਨ ਦਾ ਅਕਾਊਂਟ ਸੀ, ਔਰ ਇਸ ਕਰਕੇ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ 98% ਲੋਕਾਂ ਦਾ ਜਿਹੜਾ ਆ ਉਹ ਅਕਾਊਂਟ ਜਿਹੜੇ ਆ ਮੈਚੁਰ ਹੋ ਚੁੱਕੇ, ਉਹਨਾਂ ਦੇ ਖਾਤੇ ਖੁੱਲ ਚੁੱਕੇ ਆ। ਇਹ ਬਹੁਤ ਵੱਡੀ ਅਚੀਵਮੈਂਟ ਹੈ, ਔਰ ਇਹਦੇ ਨਾਲ ਜਿਹੜਾ ਫਾਇਦਾ ਆ ਉਹ ਲੋਕਾਂ ਦੀਆਂ ਜਿੰਨੀਆਂ ਵੀ ਗਰੀਬਾਂ ਦੀਆਂ ਸਹੂਲਤਾਂ, ਜਿੰਨਾ ਵੀ ਕੁਝ ਮਿਲਣਾ ਹੈ ਉਹ ਕੈਸ਼ ਨਾ ਮਿਲ ਕੇ ਜਾਂ ਚੈੱਕ ਨਾ ਮਿਲ ਕੇ ਸਿੱਧਾ ਉਹਦੇ ਅਕਾਊਂਟ 'ਚ ਜਾਣਾ। ਭਾਵ ਜੋ ਸਰਕਾਰ ਤੋਂ ਰੁਪਈਆ ਚੱਲਣਾ, ਉਹ ਰੁਪਈਏ ਦਾ ਰੁਪਈਆ ਹੀ ਪੂਰਾ ਪਹੁੰਚਣਾ, ਉਹ 15 ਪੈਸੇ ਨਹੀਂ ਪਹੁੰਚਣੇ। ਇਹ ਵੀ ਇੱਕ ਲਾਭ। ਉਹ ਇਸੇ ਕਰਕੇ ਅੱਜ ਜਿਹੜਾ ਵਿਸ਼ਵ ਦੇ ਵਿੱਚ ਸਭ ਤੋਂ ਵੱਧ ਜਿਹੜਾ ਆ ਅੱਜ ਹਿੰਦੁਸਤਾਨ ਇੱਕ ਨੰਬਰ 1 ਤੇ ਆਇਆ, ਇਹ ਬਹੁਤ ਵੱਡੀ ਗੱਲ ਜਿਹੜੀ ਉਪਲਬਧੀ ਵੀ ਕਹਿ ਸਕਦੇ। ਸਾਂਪਲਾ ਸਾਹਿਬ, ਆ ਤੁਸੀਂ ਹੁਣੀ ਗੱਲ ਕੀਤੀ, ਇਹ ਤਾਂ ਬੰਦਾ ਜਾਊਗਾ ਬੈਂਕ, ਕਿਸੇ ਵੀ ਬੈਂਕ ਜਾ ਕੇ ਖਾਤਾ ਖੁਲਾ ਲੂਗਾ, ਜਿਹੜੇ ਵੀ ਡਾਕੂਮੈਂਟ ਚਾਹੀਦੇ ਉਹ ਲੈ ਲੂਗਾ। ਬਾਕੀ ਜਿਹੜੀਆਂ ਦੂਜੀਆਂ ਸਕੀਮਾਂ ਦੀ ਜਦੋਂ ਆਪਾਂ ਗੱਲ ਕੀਤੀ, ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੀ, ਜਾਂ ਉਹ ਪਹਿਲਾਂ ਵਾਲੀ ਜਿਹੜੀ DBT ਆ, ਜਾਂ ਕੋਈ ਹੋਰ ਵੀ ਜਿਹੜੀਆਂ ਬਹੁਤ ਜ਼ਿਆਦਾ ਸਕੀਮਾਂ ਨੇ, ਪਰ ਜੇ ਕੋਈ ਪਿੰਡ 'ਚ ਬੈਠਾ ਆ ਕਿ ਗ੍ਰਾਮ ਪੰਚਾਇਤ ਜਾਂ ਗ੍ਰਾਮ ਸੇਵਕ ਜਾਂ ਕੋਈ ਸ਼ਹਿਰ ਦੇ ਮਹੱਲੇ ਦਾ ਕੋਈ ਬੰਦਾ ਇੱਦਾਂ ਡਿਸਾਈਡ ਕੀਤਾ ਕਿ ਤੁਸੀਂ ਉਹਦੇ ਕੋਲ ਚਲ ਜਾਓ ਤਾਂ ਹੈਲਪ ਕਰ ਦੂਗਾ ਇਹ ਜਿਹੜੀਆਂ ਸਕੀਮਾਂ, ਇਹਦਾ ਫਾਇਦਾ ਲੈਣ ਲਈ ਤੁਹਾਨੂੰ, ਜੇ ਕਿਸੇ ਨੂੰ ਨਹੀਂ ਪਤਾ ਤਾਂ? ਦੇਖੋ, ਇੱਕ ਕਾਮਨ ਸਰਵਿਸ ਸੈਂਟਰ ਜਿਹੜੇ ਖੁੱਲੇ ਆ ਜੀ, ਕਾਮਨ ਸਰਵਿਸ ਸੈਂਟਰ ਜਿਹੜੇ ਆ ਉਹਦਾ ਮਤਲਬ ਹੀ ਇਹ ਸੀ ਕਿ ਵੀ ਲੋਕਾਂ ਨੂੰ ਇਹ ਜਿਹੜੀ ਆ ਸੁਵਿਧਾ ਜਿਹੜੀ ਆ ਹਰ ਇੱਕ ਜਗ੍ਹਾ ਮਿਲ ਸਕੇ, ਜਿਹਨੂੰ ਸੁਵਿਧਾ ਸੈਂਟਰ ਆਪਾਂ ਪੰਜਾਬ 'ਚ ਕਹਿੰਦੇ ਆ। ਸੁਵਿਧਾ ਸੈਂਟਰ ਦਾ ਮਤਲਬ ਹਰ ਸਰਕਾਰ ਨੇ ਤਾਂ ਯੋਜਨਾ, ਕੇਂਦਰ ਸਰਕਾਰ ਨੇ ਬੜਾ ਪੈਸਾ ਵੀ ਦਿੱਤਾ ਉਹਦੇ ਲਈ ਕਿ ਵੀ ਤੁਸੀਂ ਜਿਹੜਾ ਆ ਜੀ, ਕੇਂਦਰ ਸਰਕਾਰ ਨੇ ਉਹਦੇ ਲਈ ਪੈਸਾ ਵੀ ਦਿੱਤਾ ਕਿ ਵੀ ਇਹ ਸੁਵਿਧਾ ਸੈਂਟਰ ਖੋਲ੍ਹੇ ਜਾਣ। ਔਰ ਉਹਦਾ ਮਕਸਦ ਹੀ ਇਹ ਆ ਕਿ ਵੀ ਜਿਹੜਾ ਲੋਕਾਂ ਦੀਆਂ, ਸਰਕਾਰਾਂ ਦੀਆਂ ਪਾਲਿਸੀਆਂ ਆ ਉਹ ਲੋਕਾਂ ਤੱਕ ਪਹੁੰਚਣ, ਔਰ ਲੋਕਾਂ ਨੂੰ ਬਜਾਏ ਕਿ ਪਿੰਡ 'ਚੋਂ ਉੱਠ ਕੇ ਸ਼ਹਿਰ ਤੱਕ ਜਾਣ, ਉਦੋਂ ਪਹਿਲਾਂ ਉਹਨਾਂ ਨੂੰ ਉੱਥੇ ਜਿਹੜੀ ਸਰਵਿਸ ਹੈ ਉਹ ਲੋਕਲ ਲੈਵਲ 'ਤੇ ਉਹਨਾਂ ਨੂੰ ਹਰ 2-2, 4-4 ਪਿੰਡਾਂ ਦੇ ਵਿੱਚ ਇੱਕ ਸੁਵਿਧਾ ਸੈਂਟਰ ਬਣਾਇਆ ਸੀ, ਜਿਹੜਾ ਸਿਰ ਪੰਜਾਬ ਸਰਕਾਰ 'ਚ ਉਹ ਸਹੀ ਮਾਇਨੇ 'ਚ ਬਣੀਆਂ ਤਾਂ ਬਿਲਡਿੰਗਾਂ ਹੈ, ਪਰ ਉਹ ਚੱਲੀਆਂ ਨਹੀਂ। ਪਰ ਪੂਰੇ ਦੇਸ਼ 'ਚ ਉਹ ਬਹੁਤ ਸਾਰੀ, ਜਿਹੜੇ ਮਾਨਯੋਗ ਮੋਦੀ ਜੀ ਦਾ ਜਿਹੜਾ ਫਰਜ਼ ਸੀ ਉਹ ਉਹਨਾਂ ਨੇ ਪੂਰਾ ਕੀਤਾ, ਔਰ ਬਿਲਡਿੰਗਾਂ ਬਣ ਗਈਆਂ, ਪਰ ਉਹਨੂੰ ਪੂਰੀ ਤਰ੍ਹਾਂ ਚਲਾਇਆ ਨਹੀਂ। ਬਹੁਤ ਸਾਰੀ ਜਗ੍ਹਾ ਚੱਲਦੇ ਆ, ਪਰ ਜਿੰਨੇ ਚੱਲਣੇ ਚਾਹੀਦੇ ਸੀ ਉਹਨੇ ਨਹੀਂ ਚੱਲੇ। ਔਰ ਉਹਨੂੰ ਜਿਹੜਾ ਉਹਦਾ ਮਕਸਦ ਹੀ ਇਹ ਸੀ ਕਿ ਲੋਕਾਂ ਨੂੰ ਜਿਹੜੇ ਆ ਕਾਮਨ ਸਰਵਿਸ ਸੈਂਟਰ ਜਿਹੜੇ ਸੀਗੇ, ਇਹਦਾ ਮਤਲਬ ਹੀ ਇਹ ਸੀ ਕਿ ਲੋਕਾਂ ਨੂੰ, ਆਮ ਲੋਕ ਜਿਹੜਾ ਉੱਥੇ ਤੱਕ ਪਹੁੰਚੇ, ਔਰ ਉਹ 5-10 ਰੁਪਏ ਜਿਹੜੀ ਫੀਸ ਹੈ ਉਹਨਾਂ ਦੀ, ਬਜਾਏ ਕਿ ਉਹ 1000 ਰੁਪਇਆ ਜਾਂ 500 ਰੁਪਇਆ ਖਰਚ ਕੇ ਸ਼ਹਿਰ ਤੱਕ ਜਾਣ ਔਰ ਕਿਸੇ ਦੀਆਂ ਮਿਹਨਤਾਂ ਕਰਨ, ਫਾਰਮ ਕਰਨ ਗੇੜੇ, ਉਹ ਸਿਰਫ ਉੱਥੇ ਜਾਣਗੇ ਔਰ ਉੱਥੇ ਹੀ ਉਹ ਜਿਹੜੀ ਨੋਮੀਨਲ ਫੀਸ 10-20-30 ਰੁਪਏ ਜਿਹੜੀ ਲੈ ਕੇ ਉਹਦੀ ਜਿਹੜੀ ਫਾਰਮ ਜਿਹੜੀ ਅਪਲਾਈ ਕਰ ਸਕਦੇ ਸੀ। ਉਹ ਸਾਰੀਆਂ ਦੇ ਲਈ, ਸਾਰੀਆਂ ਸਕੀਮਾਂ ਦੇ ਲਈ, ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਲਈ, ਸਾਰਿਆਂ ਲਈ ਉਹ ਇੱਕ ਸਿਸਟਮ ਬਣਿਆ, ਔਰ ਹਰ ਡਿਸਟ੍ਰਿਕਟ ਹੈੱਡਕੁਆਟਰ 'ਤੇ ਵੀ ਉਹਨਾਂ ਦੇ ਆਫਿਸ। ਸਵਾਗਤ ਜੀ ਤੁਹਾਡਾ ਸਾਰਿਆਂ ਦਾ। ਫਿਰ ਮੈਂ ਤੁਹਾਡਾ ਗੁਰਲਾਲ ਹਾਜ਼ਰ, ਪ੍ਰੋਗਰਾਮ ਓਪਨ ਪਲੇਟਫਾਰਮ ਤੇ ਆਪਣੇ ਨਾਲ ਬੜੇ ਮੁਅੱਜ਼ਜ਼ ਮਹਿਮਾਨ ਵਿਜੇ ਸਾਂਪਲਾ ਜੀ ਬਣੇ ਹੋਏ ਨੇ। ਸਾਂਪਲਾ ਸਾਹਿਬ, ਸਵਾਗਤ ਆਫਟਰ ਬ੍ਰੇਕ ਤੁਹਾਡਾ। ਤੇ ਮੈਨੂੰ ਲੱਗਦਾ ਸਾਡਾ ਉਹਨਾਂ ਨਾਲ ਨਾਤਾ ਬਹੁਤ ਛੇਤੀ ਸਾਂਪਲਾ ਸਾਹਿਬ ਨੂੰ ਤੁਹਾਡੇ ਰੂਬਰੂ ਕਰਾਂਗੇ, ਕੋਸ਼ਿਸ਼ ਕਰਦੇ ਉਹਨਾਂ ਨੂੰ ਤੁਹਾਡੇ ਰੂਬਰੂ ਕਰਨ ਦੀ। ਸਾਂਪਲਾ ਸਾਹਿਬ, ਆਵਾਜ਼ ਆ ਰਹੀ ਮੇਰੀ? ਹਾਂ, ਮੇਰਾ ਰਾਸਤਾ ਤਾਂ ਕੱਟਿਆ ਸੀ, ਉਹ ਵਿੱਚ ਫੋਨ ਆ ਰਿਹਾ ਸੀ, ਮੈਂ ਉਹਨੂੰ ਕੀਤਾ ਫਲਾਈਟ ਮੋਡ। ਜੀ, ਕੋਈ ਗੱਲ ਨਹੀਂ ਜੀ। ਸਰ, ਤੁਸੀਂ ਨਾ ਹੁਣੀ ਥੋੜ੍ਹੇ ਦਿਨ ਪਹਿਲਾਂ ਡਾਕਟਰ ਅੰਬੇਡਕਰ ਜਿਹੜਾ ਇੰਸਟੀਟਿਊਟ ਆਫ ਟੈਕਨੋਲੋਜੀ ਹੈ ਜਲੰਧਰ ਵਿੱਚ, ਉੱਥੇ ਨਵੀਂ ਸਿੱਖਿਆ ਨੀਤੀ ਬਾਰੇ ਕੋਈ ਸੈਮੀਨਾਰ ਸੀਗਾ, ਅਤੇ ਤੁਸੀਂ ਬਹੁਤ ਵਧੀਆ ਉੱਥੇ ਤੁਸੀਂ ਲੀਡ ਵੀ ਕਰ ਰਹੇ ਸੀ, ਅਤੇ ਉਹਦੇ ਬਾਰੇ ਦੱਸੋ। ਜਲੰਧਰ ਦੇ ਆਲੇ ਦੁਆਲੇ ਦੁਆਬਾ ਤਾਂ ਇੱਥੇ ਬਾਹਰ ਵਸਦਾ ਹੀ ਬਹੁਤ ਹੈ, ਕੀ ਨਵੀਆਂ ਚੀਜ਼ਾਂ ਉੱਥੇ ਲੈ ਕੇ ਆਏ ਹੋ, ਕੀ ਚੇਂਜਸ ਕੀ ਆਈਆਂ ਉੱਥੇ?
ਨਹੀਂ, ਉਹ ਤਾਂ ਇੱਕ NGO ਵੱਲੋਂ ਕਾਰਜਕ੍ਰਮ ਸੀਗਾ ਜਿਹੜਾ ਕਿ ਸਰਵ ਹਿਤਕਾਰੀ ਜਿਹੜੀ ਆ ਸਿੱਖਿਆ ਸੰਸਥਾਨ ਆ ਉਹਦੇ ਵੱਲੋਂ ਆਇਆ ਸੀ ਕਿ ਵੀ ਕੀ ਹੋਣਾ ਚਾਹੀਦਾ, ਨਵੀਂ ਸਿੱਖਿਆ ਨੀਤੀ ਜਿਹੜੀ ਆ ਉਹ ਬਣਨੀ ਚਾਹੀਦੀ ਆ ਔਰ ਉਹ ਪਰੰਪਰਾਗਤ ਸਿੱਖਿਆ ਦੇ ਨਾਲ ਵੀ ਹੋਣਾ ਚਾਹੀਦਾ ਸੀ। ਉਹਦੇ 'ਚ ਅਸੀਂ ਤਾਂ ਇਹੀ ਵਿਸ਼ਾ ਲਿਆ ਕਿ ਵੀ ਦੇਖੋ ਪਰੰਪਰਾਗਤ ਸਿੱਖਿਆ ਨੂੰ ਛੱਡਿਆ ਨਹੀਂ ਜਾਂਦਾ, ਮਾਡਰਨ ਸਿੱਖਿਆ ਦੀ ਬਹੁਤ ਵੱਡੀ ਲੋੜ ਹੈ। ਇਹਦੇ 'ਚ ਕੁਛ ਕਿ ਸਾਨੂੰ ਦੇਸ਼ ਨੂੰ ਦੁਨੀਆ ਦੇ ਬਰਾਬਰ ਖੜਾ ਹੋਣ ਲਈ ਸਾਨੂੰ ਮਾਡਰਨ ਸਿੱਖਿਆ ਦੀ ਵੀ ਲੋੜ ਹੈ, ਪਰ ਉਹਦੇ 'ਚ ਜਿਹੜੀ ਸਾਡੀ ਪਰੰਪਰਾਗਤ ਚੀਜ਼ਾਂ ਨੂੰ ਅਸੀਂ ਛੱਡ ਕੇ ਨਹੀਂ ਅੱਗੇ ਵਧ ਸਕਦੇ। ਭਾਵ ਅਸੀਂ ਆਪਣੇ ਮਾਂ ਬਾਪ ਭੈਣ ਭਰਾ ਜਾਂ ਸਮਾਜਿਕ ਸਟਰਕਚਰ ਜਿਹੜਾ ਸਾਡਾ ਮਜ਼ਬੂਤ ਸਟਰਕਚਰ ਸੀਗਾ ਉਹਨਾਂ ਰਿਸ਼ਤਿਆਂ ਨੂੰ ਛੱਡੇ ਬਿਨਾਂ ਹੁਣ ਅਸੀਂ ਕਾਬਲੀਅਤ ਤਾਂ ਬਣਾ ਲਈ। ਅਸੀਂ ਜਿਹੜੀ ਅੱਜ ਦੀ ਡੇਟ 'ਚ ਸੋਸ਼ਲ ਮੀਡੀਆ ਤੇ ਤੁਹਾਡੇ ਫਰੈਂਡ ਤਾਂ ਹੋਣਗੇ 5000, ਤੁਹਾਡੇ ਪੇਜ ਨੂੰ ਫੋਲੋ ਕਰਨ ਵਾਲੇ ਤਾਂ ਮਿਲੀਅਨ 'ਚ ਹੋਣਗੇ, ਪਰ ਗੁਆਂਢੀ ਤੁਹਾਨੂੰ ਜਾਣਦਾ ਨਹੀਂ। ਤੇ ਉਹ ਸਿੱਖਿਆਵਾਂ ਸਾਡੀਆਂ, ਅਸੀਂ ਪੈਸੇ ਦੀ ਦੌੜ ਦੇ ਵਿੱਚ ਸਾਡੀ ਜਿਹੜੀ ਸਿੱਖਿਆ ਨੀਤੀ ਹੈ ਸਾਨੂੰ ਪੈਸਾ ਕਮਾਉਣ ਦਾ ਤਰੀਕਾ ਦੱਸਣ ਦੀ ਹੈ, ਸਾਡਾ ਸਮਾਜਿਕ ਸਟਰਕਚਰ ਜਿਹੜਾ ਆ ਉਹ ਦੱਸਣ ਦੀ ਨਹੀਂ। ਉਹਦੇ 'ਚ ਉਹਨਾਂ ਨੇ ਬਸ ਇਹ ਕਿ ਪਰੰਪਰਾਗਤ ਜਿਹੜੀਆਂ ਸਾਡੀਆਂ ਟ੍ਰੈਡੀਸ਼ਨਲ ਐਜੂਕੇਸ਼ਨ ਦੇ ਨਾਲ ਮਾਡਰਨ ਐਜੂਕੇਸ਼ਨ ਨੂੰ ਕਿੱਦਾਂ ਜੋੜ ਕੇ ਅੱਗੇ ਕੀਤਾ ਜਾਵੇ। ਔਰ ਅਸੀਂ, ਮੇਰਾ ਤਾਂ ਉਹਦੇ 'ਚ ਇਹੀ ਵਿਚਾਰ ਸੀਗਾ ਕਿ ਵੀ ਅਸੀਂ ਮਾਡਰਨ ਜਿਹੜੀਆਂ ਸਿੱਖਿਆਵਾਂ ਸਾਡੇ ਬਹੁਤ ਜ਼ਰੂਰੀ ਹੈ, ਪਰ ਪਰੰਪਰਾਗਤ ਮਤਲਬ ਟ੍ਰੈਡੀਸ਼ਨਲ ਜਿਹਦੇ 'ਚ ਸਾਡੇ ਰਿਸ਼ਤਿਆਂ ਦੀ ਸਿੱਖਿਆ, ਸਾਡੇ ਸੰਸਕਾਰ ਜਿਹੜੇ ਸੀ ਉਹ ਵੀ ਸਾਡੀ ਸਿੱਖਿਆ ਦਾ ਸੀਗਾ। ਅੱਜ ਦੀ ਡੇਟ 'ਚ ਕਿਤੇ ਵੀ ਸਿੱਖਿਆ ਦੇ ਵਿੱਚ ਕਿਤੇ ਮਾਂ ਬਾਪ ਦੇ ਪ੍ਰਤੀ ਕੋਈ ਫਰਜ਼ ਸਾਡਾ ਕਿਤੇ ਪੜ੍ਹਾਇਆ ਹੀ ਨਹੀਂ ਜਾਂਦਾ। ਦੋ ਭਰਾਵਾਂ ਨੇ ਰਹਿ ਕੇ ਮਿਲ ਕੇ ਰਹਿਣਾ, ਕਿਤੇ ਕਿਸੇ ਵੀ ਦੁਨੀਆ ਦੀ ਕਿਸੇ ਯੂਨੀਵਰਸਿਟੀ 'ਚ ਨਹੀਂ ਪੜ੍ਹਾਇਆ ਜਾਂਦਾ। ਭੈਣ ਭਰਾ ਦੇ ਨਾਲ ਕਿਸ ਤਰ੍ਹਾਂ ਮਜ਼ਬੂਤ ਰਿਸ਼ਤਾ ਹੋਵੇ ਉਹ ਵੀ ਸਾਨੂੰ ਕੁਛ ਨਹੀਂ ਦੱਸਿਆ ਜਾਂਦਾ। ਪਤੀ ਪਤਨੀ ਦਾ ਕੱਚੇ ਧਾਗੇ ਦਾ ਰਿਸ਼ਤਾ ਜਿਹੜਾ ਆ ਮਜ਼ਬੂਤ ਤਾਂ ਅਸੀਂ ਮੰਨਦੇ ਸੀ, ਮਜ਼ਬੂਤ ਰਿਸ਼ਤਾ ਕੱਚੇ ਧਾਗੇ ਦਾ, ਔਰ ਉਹ ਜਿਹੜਾ ਆ ਉਹ ਅੱਜ ਤਾਰ-ਤਾਰ ਹੁੰਦਾ ਜਾ ਰਿਹਾ। ਸਾਡੀ ਅਸੀਂ ਕਾਬਲੀਅਤ ਤਾਂ ਸਾਡੀ ਬਹੁਤ ਵੱਧ ਗਈ, ਪਰ ਸਾਰੇ ਅਸੀਂ ਡਿਵੋਰਸਾਂ ਵੱਲ ਨੂੰ ਵਧੀ ਜਾਂਦੇ। ਸਾਡੀ ਬੁੱਧੀਜੀਵੀ ਤਾਂ ਬਣ ਗਏ, ਅਸੀਂ ਬੁੱਧੀਜੀਵੀ ਬਣ ਗਏ। ਬੁੱਧੀਜੀਵੀ ਮੰਨ ਲਓ ਅਸੀਂ ਥਿੰਕ ਟੈਂਕਰ ਕਹਿੰਦੇ ਜਿਹਨਾਂ ਨੂੰ, ਥਿੰਕ ਟੈਂਕਰ ਬਣ ਗਏ, ਪਰ ਥਿੰਕ ਕੀ ਕੀਤਾ, ਸਮਾਜ ਨੂੰ ਕੀ ਦੇ ਰਹੇ ਹਾਂ, ਸਮਾਜ ਨੂੰ ਤੋੜ ਰਹੇ ਹਾਂ। ਸਮਾਜ ਨੂੰ ਅਸੀਂ ਤੋੜ ਰਹੇ ਹਾਂ। ਆਪਾਂ ਆਪਣੇ ਭਰਾ ਨੂੰ ਛੱਡ ਕੇ ਤੁਰੇ ਫਿਰਦੇ ਹਾਂ, ਆਪਣੇ ਪਰਿਵਾਰ ਨੂੰ ਸਮਝੇ। ਜਿਹੜਾ ਵਿਅਕਤੀ ਆਪਣੇ ਪਰਿਵਾਰ ਦੇ ਨਾਲ ਮਜ਼ਬੂਤ ਨਹੀਂ ਹੋਏਗਾ ਉਹ ਸਮਾਜ ਨਾਲ ਮਜ਼ਬੂਤੀ ਨਾਲ ਉਹਦੇ ਨਾਲ ਖੜਾ ਨਹੀਂ ਹੋਏਗਾ। ਜਿਹੜਾ ਸਮਾਜ ਨਾਲ ਨਹੀਂ ਖੜਾ ਉਹ ਦੇਸ਼ ਨਾਲ ਕਿੱਦਾਂ ਖੜਾ ਹੋ ਸਕਦਾ। ਅੱਜ ਜਿੰਨੀਆਂ ਵੀ ਤੁਹਾਡੇ ਮੂਹਰੇ ਸਮੱਸਿਆਵਾਂ ਆ ਉਹ ਸਿਰਫ ਸਵਾਰਥ ਲਈ ਖੜੀਆਂ। ਜਿੰਨੀਆਂ ਵੀ ਤੁਹਾਡੇ ਕੋਲ ਐਜੀਟੇਸ਼ਨਾਂ ਚੱਲਦੀਆਂ ਉਹ ਸਵਾਰਥ ਲਈ। ਕਿਤੇ ਵੀ ਦੇਸ਼ ਸਾਡੇ ਲਈ ਪ੍ਰਾਇੋਰਟੀ ਹੈ ਉਹ ਨਹੀਂ ਹੈ। ਉਹਦਾ ਕਾਰਨ ਅਸੀਂ ਸਿੱਖਿਆ ਹੀ ਉਹ ਪੜ੍ਹੀ ਆ ਕਿ ਜਿਸ 'ਚ ਅਸੀਂ ਪੈਸਾ ਕਮਾਉਣਾ ਆ, ਪੈਸਾ ਕਮਾ ਕੇ ਆਪਣੇ ਨਿਆਣੇ ਪਾਲਣੇ, ਵੱਡੇ ਹੋ ਜਾਣੇ, ਉਹਨਾਂ ਨੇ ਤੁਹਾਨੂੰ ਛੱਡ ਜਾਣਾ ਆ ਔਰ ਅੱਗੇ ਚਲੇ ਜਾਣਾ ਆ, ਉਹਨਾਂ ਨੇ ਅਗਲੇ। ਮੰਨ ਲਓ ਅਸੀਂ ਪੈਸੇ ਦੇ ਦੌੜ 'ਚ ਹੈ। ਔਰ ਸਮਝਦਾਰੀ ਇੱਕ ਹੁੰਦੀ ਹੈ ਕਿ ਬੁੱਧੀਜੀਵੀ ਔਰ ਦੂਸਰਾ ਹੁੰਦਾ ਬੁੱਧੀਮਾਨ। ਅਸੀਂ ਇਹ ਕਿਹਾ ਸੀ ਕਿ ਬੁੱਧੀਮਾਨ ਜਿਹੜਾ ਆ ਉਹ ਮਾਡਰਨ ਦੇ ਨਾਲ ਨਾਲ ਪਰੰਪਰਾਗਤ ਆਪਣੇ ਜਿਹੜੇ ਸਮਾਜਿਕ ਸਟਰਕਚਰ ਨੂੰ ਵੀ ਮਜ਼ਬੂਤ ਕਰਨ 'ਚ ਰੱਖਦਾ ਹੈ। ਔਰ ਉਹ ਸਾਡੀ ਅੱਜ ਦੀ ਡੇਟ 'ਚ ਸਿੱਖਿਆ ਦਾ ਆਧਾਰ ਹੀ ਨਹੀਂ ਹੈ। ਜਦੋਂ ਸਾਨੂੰ ਪੜ੍ਹਾਇਆ ਹੀ ਨਹੀਂ, ਸਮਝਾਇਆ ਹੀ ਨਹੀਂ ਜਾਂਦਾ। ਪਹਿਲਾਂ ਅਸੀਂ ਗੁਰੂਕੁਲਾਂ 'ਚ ਪੜ੍ਹਦੇ ਸੀ, ਸਾਨੂੰ ਪਤਾ ਸੀ ਮਾਂ ਬਾਪ ਦੇ ਪੈਰੀ ਮੱਥਾ ਟੇਕਣਾ, ਵੱਡਿਆਂ ਦੇ ਮੱਥਾ ਟੇਕਣਾ। ਅੱਜ ਦੱਸੋ ਕਿਹੜੇ ਸਕੂਲ 'ਚ ਸਾਨੂੰ ਕੋਈ ਦੱਸਦਾ ਹੀ ਨਹੀਂ। ਮਾਂ ਬਾਪ ਕਿਸੇ ਨੂੰ ਸਮਝਾ ਦੇਣ ਠੀਕ ਹੈ, ਨਹੀਂ ਤਾਂ ਅੱਜ ਤੱਕ ਮਾਂ ਬਾਪ ਜਿਹੜਾ ਉਸ ਤਰੀਕੇ ਨਾਲ ਕਰੀ ਜਾਂਦੇ। ਔਰ ਮਾਂ ਬਾਪ ਵੀ ਬੱਚੇ ਨੂੰ ਇਹੀ ਪੜ੍ਹਾ ਕੇ ਕਹਿੰਦੇ ਕਿ ਵਧੀਆ ਪੈਕੇਜ ਮਿਲ ਜਾਵੇ, ਕਿਤੇ ਵਧੀਆ ਪਲੇਸਮੈਂਟ ਹੋ ਜਾਏ। ਪਾਪ ਪੈਸੇ ਦੇ ਲਈ ਕੰਮ ਕਰ ਰਹੇ। ਉਹੀ ਸਿੱਖਿਆ ਦੇ ਵਿੱਚ ਜਿਹੜੀ ਲੋੜ ਹੈ ਉਹਦੇ ਤੇ ਵੀ ਟ੍ਰੈਡੀਸ਼ਨਲ ਵੀ ਹੋਣਾ ਚਾਹੀਦਾ। ਸਾਨੂੰ ਆਪਣਾ ਪਿਛੋਕੜ, ਆਪਣੀ ਸੱਭਿਅਤਾ, ਆਪਣਾ ਸੰਸਕਾਰ ਉਹ ਵੀ ਉਹਦੇ ਨਾਲ ਜਿਹੜੀ ਆ ਸਿੱਖਿਆ ਦਾ ਸਾਡਾ ਆਧਾਰ ਹੋਣਾ ਚਾਹੀਦਾ। ਔਰ ਸਾਡੇ ਸਮਾਜਿਕ ਰਿਸ਼ਤਿਆਂ ਦੀ ਇੱਕ ਜਿਹੜੇ ਸਤਿਕਾਰ ਉਹ ਵੀ ਜਿਹੜਾ ਬਣਿਆ ਰਹਿਣਾ ਚਾਹੀਦਾ। ਇਹ ਉਹਦਾ ਜਿਹੜਾ ਔਰ ਬਹੁਤ ਸਾਰੇ ਸਬਜੈਕਟ ਸੀ, ਪਰ ਜਿਸ ਸਬਜੈਕਟ 'ਚ ਮੈਂ ਗਿਆ ਸੀ ਉਹਦਾ ਸਬਜੈਕਟ ਦਾ ਇੱਕ ਇਹ ਵੀ ਮੰਤਵ ਸੀ। ਬਹੁਤ ਵਧੀਆ ਸਾਂਪਲਾ ਸਾਹਿਬ, ਬਹੁਤ ਚੰਗੀ ਗੱਲ ਹੈ। ਇੱਥੇ ਵੀ ਲੋਕਾਂ ਨੂੰ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਦੱਸਿਆ ਪੰਜਾਬੀ ਪੜ੍ਹਾਈ ਜਾਂਦੀ ਆ ਔਰ ਕੋਸ਼ਿਸ਼ ਕਮੇਟੀਆਂ ਇਹ ਕਰਦੀਆਂ ਕਿ ਜਿਹੜੇ ਆ ਨਸ਼ੇ ਪੱਤੇ ਤੇ ਡਿਵੋਰਸ ਤੇ ਆ ਸਾਰਾ ਕੁਛ ਹੈ, ਇਸ ਚੀਜ਼ਾਂ ਨੂੰ ਰੋਕਿਆ ਜਾ ਸਕੇ। ਬਹੁਤ ਵਧੀਆ ਗੱਲ ਹੈ। ਆਪਾਂ ਜਲੰਧਰ ਦੀ ਇੱਕ ਹੋਰ ਹੈ ਜਿਹੜੀ ਇੱਥੋਂ NRIs ਦੀ ਟਿੱਪਣੀ ਆਈ ਸੀਗੀ। ਲਤੀਫਪੁਰੇ ਦਾ ਮਾਮਲਾ ਬੜਾ ਭੁੱਖਿਆ ਜੋ ਹੋਇਆ ਉਹਨੂੰ ਆਪਾਂ ਛੱਡ ਦਿੰਦੇ ਹਾਂ, ਪਰ ਨਗਰ ਸੁਧਾਰ ਟਰਸਟ ਵੱਲੋਂ ਜਿਹੜੇ ਅਨੁਸੂਚਿਤ ਜਾਤੀਆਂ ਨੂੰ ਕਹਿੰਦੇ ਕਿ ਫਲੈਟ ਬਣਾ ਕੇ ਦੇਣੇ, ਬਹੁਤ ਚੰਗੀ ਗੱਲ ਹੈ। ਅਸੀਂ ਚਾਹੁੰਦੇ ਨੇਪਰੇ ਚੜ੍ਹੇ ਹਰੇਕ ਨੂੰ ਲੋੜਵੰਦ ਨੂੰ ਮਿਲੇ। ਪਰ ਇੱਕ ਟਿੱਪਣੀ ਆਈ ਸੀ ਸਾਂਪਲਾ ਸਾਹਿਬ ਤੁਹਾਡੇ ਹੈਗਾ ਕਿ ਕਈ ਵਾਰੀ ਬੰਦਾ ਜਾਤ ਪਾਤ ਨੂੰ, ਮੈਂ ਤਾਂ ਇੰਨਾ ਮੰਨਦਾ ਨਹੀਂ ਗਾ, ਪਰ ਜੇ ਮੰਨ ਲਓ ਕੋਈ ਥੋੜ੍ਹੀ ਆਪਦੇ ਆਪ ਨੂੰ ਜੇ ਉੱਚੀ ਜਾਤ ਸਮਝਦਾ ਪਰ ਪੈਸੇ ਵੱਲੋਂ ਤਾਂ ਉਹ ਵੀ ਤੰਗ ਹੈ।
ਤੇ ਆਪਾਂ ਇਹ ਕਿਉਂ ਨਹੀਂ ਕਰਦੇ ਕਿ ਸਾਰਿਆਂ ਨੂੰ ਉਹ ਫਲੈਟ ਮਿਲ ਜਾਣ, ਹਰੇਕ ਦੇ ਸਿਰ ਤੇ ਛੱਤ ਹੋਵੇ? ਇਹ ਕੋਈ ਕੋਸ਼ਿਸ਼ ਕਰੋਗੇ ਤੁਸੀਂ, ਜਿਹੜਾ ਵਾਕਈ ਆਰਥਿਕ ਪੱਖੋਂ ਜਿਹੜਾ ਤੰਗ ਹੈ? ਜਿਹੜੀ ਗੱਲਬਾਤ ਜਦੋਂ ਹੁੰਦੀ ਹੈ ਨਾ ਕਿਤੇ, ਉਹ ਕੱਲੇ ਐਸੀਆਂ ਨੂੰ ਪਲਾਟ ਮਿਲਣਗੇ ਐਸੀ ਨਹੀਂ ਹੈ, ਸਾਰਿਆਂ ਨੂੰ ਦੇਣ ਦੀ ਪ੍ਰਪੋਜ਼ਲ ਹੈ ਜਿਹੜੀ ਸਾਨੂੰ ਉਹਨਾਂ ਨੇ। ਅਸੀਂ ਤਾਂ ਉਹਨਾਂ ਨੂੰ ਪੁੱਛਿਆ ਸੀ ਕਿ ਇਹਨੂੰ ਢਾਇਆ ਕਿਉਂ। ਜਦ ਤੁਹਾਡੇ ਕੋਲ ਉਹਦਾ ਰਿਕਾਰਡ ਹੀ ਕੋਈ ਨਹੀਂ ਹੈ ਤੇ ਰਿਕਾਰਡ ਤੋਂ ਬਿਨਾਂ ਤੁਸੀਂ ਢਾਹ ਕਿੱਦਾਂ ਸਕਦੇ ਆ? ਔਰ ਉਹਨਾਂ ਦੇ ਕੋਲ ਨਹੀਂ ਸੀ, ਪਰ ਉਹਨਾਂ ਨੇ ਇਸੇ ਕਰਕੇ ਉਹਨਾਂ ਨੇ ਪ੍ਰਪੋਜ਼ਲ ਦਿੱਤੀ, ਕੁਝ ਨਾ ਕੁਝ ਉਹਨਾਂ ਦੇ ਵਿੱਚ ਉਣਤਾਈਆਂ ਰਹੀਆਂ ਤੇ ਅਸੀਂ, ਕਿਉਂਕਿ ਸਾਡੇ ਕੋਲ ਹੈਗਾ ਐਸਸੀ ਕਮਿਸ਼ਨ, ਮੇਰੇ ਕੋਲ ਜਿਹੜੀ ਮੇਰੀ ਡਿਊਟੀ ਆ, ਮੇਰੇ ਕੋਲ ਐਸਸੀ ਕਮਿਸ਼ਨ ਦੀ ਡਿਊਟੀ ਆ, ਔਰ ਨੈਚੁਰਲੀ ਹੈ ਕਿ ਮੈਂ ਐਸਸੀ ਦੇ ਕੇਸ ਹੀ ਸੁਣਾਂਗਾ। ਦੂਸਰੇ ਲਈ ਬਾਕੀ ਹੋਰ ਹਿਊਮਨ ਰਾਈਟ ਕਮਿਸ਼ਨ ਆ, ਓਬੀਸੀ ਕਮਿਸ਼ਨ ਆ, ਐਸਟੀ ਕਮਿਸ਼ਨ ਆ, ਵੂਮਨ ਕਮਿਸ਼ਨ ਆ, ਬਹੁਤ ਸਾਰੇ ਕਮਿਸ਼ਨ ਬਣੇ ਨੇ, ਸਾਰਿਆਂ ਦੇ ਲਈ ਬਣੇ ਆ। ਇਕਨੋਮਿਕ ਵੀਕਰ ਦੇ ਲਈ ਵੀ ਬਣੇ ਗਏ ਆ, ਸਾਰੀ ਉਹਨਾਂ ਦੀ ਡਿਵੈਲਪਮੈਂਟ ਬਾਰੇ ਵੀ ਸੋਚਿਆ ਜਾਂਦਾ। ਅੱਜ ਕੱਲ੍ਹ ਤਾਂ ਇੱਕ ਹਿਊਮਨ ਜਿਹੜੇ ਜਨਰਲ ਕੈਟਾਗਰੀ ਦੇ ਜਿਹੜੇ ਆ ਆਰਥਿਕ ਪੱਖੋਂ ਪਿਛੜੇ ਆ, ਉਹਨਾਂ ਨੂੰ ਵੀ 10% ਰਿਜ਼ਰਵੇਸ਼ਨ ਦੇਣ ਦੀ ਤੁਸੀਂ ਦੇਖਿਆ ਕਿ ਗੱਲ ਕੀਤੀ, ਉਹ ਵੀ ਮੋਦੀ ਜੀ ਨੇ ਲਿਆਂਦੀ ਹੈ। ਭਾਵ ਉਹਨਾਂ ਦੇ ਉੱਤੇ ਵੀ ਸੋਚਿਆ ਗਿਆ। ਪਰ ਜਿਹੜੀ ਮੇਰੀ ਡਿਊਟੀ ਹੈ, ਮੇਰੀ ਡਿਊਟੀ ਤਾਂ, ਮੈਂ ਜੇ ਕੋਈ ਐਸਸੀ ਦਾ ਬੰਦਾ ਹੋਏਗਾ ਤਾਂ ਮੇਰੀ ਉਹਦੇ 'ਚ ਇਨਵੋਲਵਮੈਂਟ ਹੁੰਦੀ ਹੈ, ਔਰ ਮੈਂ ਉਹਦੇ ਕਰਕੇ ਇਨਵੋਲਵਮੈਂਟ ਕਰਨੀ। ਮੈਂ ਕਿਹਦੇ ਲਈ ਕਰਨੀ ਹੈ? ਮੈਨੂੰ ਬਣਾਇਆ ਹੀ ਐਸਸੀ ਦੇ ਵਾਸਤੇ ਗਿਆ ਹੈ। ਸੋ ਇਹਦੇ ਲਈ ਮੈਂ ਜਿਹੜੀ ਉਹ ਗੱਲ ਕੀਤੀ ਸੀ, ਉਹ ਐਸਸੀਆਂ ਦੀ ਗੱਲ ਕੀਤੀ। ਜਿਹੜੀ ਸਰਕਾਰ ਨੇ ਸਾਨੂੰ ਪ੍ਰਪੋਜ਼ਲ ਦਿੱਤੀ ਆ, ਉਹ ਸਾਰਿਆਂ ਦੇ ਲਈ ਹੈ। ਹਾਂ, ਅਲੱਗ ਗੱਲ ਹੈ ਕਿ ਉਹਨਾਂ ਵਿਅਕਤੀਆਂ ਨੂੰ ਉਹ ਪ੍ਰਪੋਜ਼ਲ ਪਸੰਦ ਹੈ ਜਾਂ ਨਹੀਂ ਹੈ, ਉਹ ਵੱਖ ਗੱਲ ਹੈ। ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਫਲੈਟ ਨਹੀਂ ਚਾਹੀਦਾ, ਸਾਨੂੰ ਇੱਥੇ ਹੀ ਵਸਣਾ ਹੈ, ਇੱਥੇ ਹੀ ਰਹਿਣਾ ਹੈ। ਔਰ ਉਹਨਾਂ ਨੂੰ ਮੈਂ 2-3 ਵਾਰੀ ਪਟੀਸ਼ਨਰ ਨੂੰ ਬੁਲਾਇਆ ਵੀ ਹੈ, ਪਰ ਉਹ ਆਪ ਤਾਂ ਨਹੀਂ ਆਏ। ਪਰ ਅਸੀਂ ਤਾਂ ਉਹਨਾਂ ਦੀ ਵਕਾਲਤ ਕਰਨੀ ਹੈ, ਕਮਿਸ਼ਨ ਨੇ ਤਾਂ ਉਹਨਾਂ ਦੀ, ਉਹ ਮੇਰੇ ਕੋਲ ਆਉਣ ਨਾ ਆਉਣ, ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਉਹਨਾਂ ਦੇ ਲਈ ਕੰਮ ਕਰੀਏ। ਸੋ ਅਸੀਂ ਜਿੰਨਾ ਕਰ ਸਕਦੇ ਅਸੀਂ ਉਹਨਾਂ ਨੂੰ ਕੀਤਾ ਹੈ। ਔਰ ਸਰਕਾਰ ਦੀ ਜਿਹੜੀ ਪ੍ਰਪੋਜ਼ਲ ਆਈ, ਅਸੀਂ ਅਖਬਾਰਾਂ ਰਾਹੀਂ ਸਾਰਿਆਂ ਨੂੰ ਦਿੱਤੀ ਹੈ, ਵੀ ਬਾਕੀਆਂ ਦੇ ਮੀਡੀਆ 'ਚ ਵੀ ਆ ਗਿਆ ਕਿ ਅਗਰ ਕਿਸੇ ਨੂੰ ਇਹਦੇ ਤੇ ਇਤਰਾਜ਼ ਹੈ ਤਾਂ ਸਾਨੂੰ ਉਹ ਦੱਸ ਸਕਦਾ, ਤਾਂ ਕਿ ਅਸੀਂ ਉਹਨਾਂ ਦੇ ਫਾਇਦੇ ਲਈ ਹੋਰ ਅੱਗੇ ਕੀ ਸੁਧਾਰ ਕੀਤਾ ਜਾਵੇ, ਉਹ ਚਾਹੁੰਦੇ ਕੀ ਨੇ, ਉਹਦੇ ਉੱਤੇ ਅਸੀਂ ਜਿਹੜੀ ਗੱਲ ਕੀਤੀ ਹੈ। ਹਾਲੇ ਉਹ ਇੰਨਾ ਹੀ ਹੋਏਗਾ ਐਸਾ ਨਹੀਂ ਹੈ, ਪਰ ਇਹਦੇ 'ਚ ਜੋ ਫੈਸਲਾ ਸਰਕਾਰ ਨੇ ਸਾਨੂੰ ਪ੍ਰਪੋਜ਼ਲ ਦਿੱਤੀ ਆ, ਉਹ ਇਕੱਲੇ ਐਸਸੀਆਂ ਲਈ ਨਹੀਂ, ਸਾਰਿਆਂ ਲਈ ਹੈ। ਜੀ ਸਾਹਮਣਾ ਸਾਹਿਬ, ਆਪਾਂ ਕਰੀਏ ਕਿ ਤੁਸੀਂ ਆਪ ਹੀ ਦੱਸ ਰਹੇ ਸੀਗੇ ਕਿ ਜਿਹੜਾ ਅਨੁਸੂਚਿਤ ਜਾਤੀ ਦੇ ਖਿਲਾਫ ਜਿਹੜਾ ਅਪਰਾਧ ਹੈ, ਉਹ ਨੰਬਰ 2 ਤੇ ਬਿਹਾਰ ਸਟੇਟ 'ਚ ਆਇਆ ਹੈ। ਫਿਰ ਨੰਬਰ 1 ਕੌਣ ਹੈ? ਤੇ ਇਹਦੇ ਜਿਹੜੀ ਸੋਚ ਆ ਕਿ ਉਹ ਫਲਾਨੀ ਜਾਤੀ ਦਾ ਆ, ਉਹ ਘੋੜੀ ਤੇ ਨਹੀਂ ਬਹਿ ਸਕਦਾ, ਉਹ ਫਲਾਨੀ ਜੁੱਤੀ ਨਹੀਂ ਪਾ ਸਕਦਾ, ਉਹ ਇਹਦੇ ਖਿਲਾਫ ਤੁਸੀਂ ਸੈਂਟਰ 'ਚ ਬੈਠੇ ਹੋ, ਇਹਦੇ ਖਿਲਾਫ ਕੋਈ ਸਖਤ ਕਾਰਵਾਈ ਕਰਨ ਦੇ ਤੁਸੀਂ ਮੂਡ 'ਚ ਹੋ, ਜਾਂ ਉਹਦਾ ਕੋਈ ਕਾਨੂੰਨ ਬਣਾਇਆ ਜਾ ਸਕਦਾ? ਨੰਬਰ 1 ਤੇ ਕੌਣ ਹੈ ਤੇ ਕਿਉਂ ਆ? ਦੇਖੋ, ਇਸ ਵੇਲੇ ਤਾਂ ਟੌਪ ਤੇ ਚੱਲ ਰਿਹਾ ਬੰਗਾਲ ਔਰ ਰਾਜਸਥਾਨ। ਮੈਂ ਵੈਸੇ ਕਿਸੇ ਸਟੇਟ ਦਾ ਇੱਦਾਂ, ਕਿਉਂਕਿ ਮੈਂ ਜਿੱਦੀ ਕਰਦਾ ਨਹੀਂ, ਕਿਉਂਕਿ ਬਿਹਾਰ 'ਚ ਮੈਂ ਗਿਆ ਸੀ ਤਾਂ ਉਹਨਾਂ ਵਾਸਤੇ ਉਹਨਾਂ ਦੀ ਰਿਵਿਊ ਤੋਂ ਬਾਅਦ ਦਿੱਤਾ ਸੀ। ਪਰ ਕਿਉਂਕਿ ਮੈਂ ਸਟੇਟਾਂ ਦੀ ਇਸ ਤਰ੍ਹਾਂ ਕਰਾਂ, ਕਿਉਂਕਿ ਜਿਹਨੂੰ ਵੀ ਕਹਾਂਗਾ ਉਹਨੂੰ ਥੋੜੀ ਜਿਹੀ ਇਹਦੇ 'ਚ ਜੀ ਸੋ ਮੈਂ ਇਸ ਕਰਕੇ ਮੈਂ ਕਿਸੇ ਨੂੰ ਛੇਤੀ, ਕਿਤੇ ਮੈਨੂੰ ਮੀਡੀਆ ਵਾਲੇ ਪੁੱਛਦੇ ਆ ਕਿ ਨੰਬਰ 1। ਮੈਂ ਦਰਸ਼ਕਾਂ ਨਾਲ ਕਲੀਅਰ ਕਰਦਾ, ਸਾਡਾ ਕੋਈ ਮਤਲਬ ਨਹੀਂ ਕਿਸੇ ਨੂੰ ਹਰਟ ਕਰਨ ਦਾ ਕਿ ਉਹ ਨੰਬਰ 2 ਆ, ਨੰਬਰ 1 ਆ, ਉਹ ਨਹੀਂ। ਮੇਰੇ ਕਹਿਣ ਦਾ ਮਤਲਬ ਜਿਹੜਾ ਸਾਪਲਾ ਸਾਹਿਬ ਤੁਸੀਂ ਸਮਝ ਗਏ ਕਿ ਕਾਰਵਾਈ ਸਖਤ ਹੋਵੇ, ਬੰਦੇ ਤਾਂ ਆਪਾਂ ਇੱਕੋ ਹੀ ਆ। ਬਾਕੀ ਇਹ ਕਹਾਂਗੇ ਵੀ ਐਸਾ ਕੋਈ ਸੂਬਾ ਹੀ ਨਹੀਂ ਹੈ ਜਿੱਥੇ ਕ੍ਰਾਈਮ ਨਹੀਂ ਹੋ ਰਿਹਾ। ਠੀਕ ਹੈ, ਕ੍ਰਾਈਮ ਜਿਹੜੇ ਵੱਧਦੇ ਜਾ ਰਹੇ ਆ। ਤੁਸੀਂ ਦੇਖਿਆ ਹੋਣਾ ਕਿ ਜਦੋਂ ਬੰਗਾਲ ਦੇ ਵਿੱਚ ਇਲੈਕਸ਼ਨਾਂ ਦਾ ਰਿਜ਼ਲਟ ਆਇਆ, ਤਾਂ ਪੂਰੇ ਬੰਗਾਲ ਦੇ ਵਿੱਚ ਜਿੰਨੇ ਵੀ ਰਾਈਟਸ ਹੋਏ ਆ, ਦੂਸਰੀਆਂ ਆਪੋਜੀਸ਼ਨ ਪਾਰਟੀਆਂ ਨੂੰ ਘੇਰਿਆ ਗਿਆ, ਉਹ ਮਾਰਿਆ ਗਿਆ, ਪਰ ਸਭ ਤੋਂ ਜ਼ਿਆਦਾ ਅਗਰ ਕਿਸੇ ਦਾ ਨੁਕਸਾਨ ਹੋਇਆ, ਉਹ ਅਨੁਸੂਚਿਤ ਜਾਤੀ ਦੇ ਲੋਕ ਸੀ। 10,000 ਤੋਂ ਵੱਧ ਘਰ ਉਜਾੜ ਦਿੱਤੇ, ਅੱਗ ਲਾਤੀ, ਬਲਡੋਜ਼ਰ ਫੇਰਤਾ, ਜਿਹੜੇ ਇਸ ਤਰ੍ਹਾਂ ਦੇ ਕੇਸ ਆਏ। ਔਰ ਰੇਪ ਕੇਸਿਸ ਆ। ਸਰਕਾਰ ਨੇ ਪਹਿਲਾਂ ਤੇ ਮੰਨਦੀ ਨਹੀਂ ਸੀ ਕਿ ਸਾਡੇ ਕੋਲ ਰੇਪ ਕੇਸ ਹੈਗੇ ਆ, ਪਰ ਜਦੋਂ ਅਸੀਂ ਉੱਥੇ ਵਿਜ਼ਿਟ ਤੇ ਗਏ, ਜਿਹੜੇ ਕੇਸ ਸਾਡੇ ਕੋਲ ਆਏ, ਅਸੀਂ ਉਹਨਾਂ ਨੂੰ ਦਿੱਤੇ ਕਿ ਆਹ ਕੇਸ ਵੀ ਸਾਡੇ ਕੋਲ ਹੈ। ਔਰ ਮੈਂ ਇਹ ਕਹਾਂਗਾ ਕਿ ਮੈਂ ਜਦੋਂ ਉੱਥੇ ਵਿਜ਼ਿਟ ਤੇ ਗਿਆ ਸੀ ਤਾਂ ਮੈਂ ਇਹ ਕਿਹਾ ਸੀ ਕਿ ਵੀ ਮੈਂ ਇੰਨਾ ਤਾਂ ਸੁਣਿਆ ਸੀ ਬਜ਼ੁਰਗਾਂ ਦੇ ਕੋਲੋਂ ਕਿ ਵੀ ਜਦੋਂ ਪਾਕਿਸਤਾਨ ਦੀ ਵੰਡ ਹੋਈ ਆ ਤੇ ਕਤਲੋ ਗੈਰਤ ਕਿੱਥੇ ਹੋਈ ਆ। 2 ਸੂਬੇ ਜਿਹੜੇ ਸੀਗੇ, ਉਹ ਬੰਗਾਲ ਤੇ ਪੰਜਾਬ, ਜਿੱਥੇ ਕਤਲੋ ਗੈਰਤ ਹੋਈ ਸੀ, ਕਿਉਂਕਿ ਇਹ ਦੋਨਾਂ ਹੀ ਅੱਧੋ-ਅੱਧ, ਅੱਧੇ ਪਾਕਿਸਤਾਨ ਚਲੇ ਗਏ, ਅੱਧੇ ਹਿੰਦੁਸਤਾਨ ਚ ਰਹਿ ਗਏ, ਔਰ ਉੱਥੇ ਕਤਲੋ ਗੈਰਤ ਬਹੁਤ ਜ਼ਿਆਦਾ ਹੋਈ ਬਾਰਡਰ ਏਰੀਆ। ਪਰ ਜਿਹੜਾ ਆ ਉਹ ਕਿਹੋ ਜਿਹਾ ਮੰਜ਼ਰ ਸੀ ਮੈਨੂੰ ਪਤਾ ਨਹੀਂ ਸੀ, ਬਜ਼ੁਰਗਾਂ ਤੋਂ ਸੁਣਦੇ ਸੀ। ਪਰ ਮੈਂ ਬੰਗਾਲ ਆਣ ਕੇ ਕਿਹੋ ਜਿਹਾ ਮੰਜ਼ਰ ਹੋਵੇਗਾ
ਉਹਦੀ ਪਿਕਚਰ ਮੈਂ ਉੱਥੇ ਆਣ ਕੇ ਦੇਖੀ ਆ ਕਿ ਇੱਕ ਵਿਅਕਤੀ ਨੂੰ ਦੂਸਰਾ ਵਿਅਕਤੀ ਪਸੰਦ ਹੀ ਨਹੀਂ ਹੈ। ਮਰਡਰ, ਔਰ ਸਭ ਤੋਂ ਜ਼ਿਆਦਾ ਮਰਡਰ ਹੋਏ, ਲੱਤਾਂ ਵੱਢਤੀਆਂ, ਬਾਹਾਂ ਵੱਢਤੀਆਂ, ਔਰ ਉਹਨਾਂ ਦੇ ਤੇ ਮੈਂ ਤੇ ਇੱਕ ਲੇਡੀਜ਼ ਆਈ ਕਿ ਮੈਂ ਪਹਿਲੀ ਵਾਰ ਮੇਰਾ ਘਰ ਨੂੰ ਤੋੜ ਫੋੜਨ ਲਈ ਆਏ ਸੀ, ਥੋੜਾ ਬਹੁਤੀ ਤੋੜ ਫੋੜ ਕੀਤੀ, ਮੈਂ ਕੰਪਲੇਂਟ ਦਿੱਤੀ। ਜਦੋਂ ਮੈਂ ਘਰ ਆਈ ਤਾਂ ਉਹ ਦੁਬਾਰਾ ਹੋਰ ਆ ਗਏ, ਠੀਕ ਹੈ ਤੂੰ ਕੰਪਲੇਂਟ ਦੇ ਕੇ ਆਈ, ਆ ਲੈ ਫੜ ਹੋਰ ਕਰਤਾ। ਮੈਂ ਦੂਜੀ ਵਾਰ ਗਈ ਤਾਂ ਮੇਰੀ ਕਹਿੰਦੇ ਉਹਨਾਂ ਨੇ ਜਾ ਕੇ ਮੇਰੀਆਂ ਬੱਲੀਆਂ ਬੁੱਲੀਆਂ ਤੋੜਤੀਆਂ। ਮੈਂ ਜੋ ਤੀਜੀ ਵਾਰ ਆਈ ਤਾਂ ਮੁੜ ਕੇ ਆਣ ਕੇ ਆਈ ਤੇ ਮੇਰੇ ਘਰ ਦੇ ਉੱਤੇ ਬਿਲਕੁਲ ਬਲਡੋਜ਼ਰ ਫੇਰ ਦਿੱਤਾ, ਔਰ ਉੱਥੇ ਮੇਰਾ ਘਰ ਦਾ ਨਾਂ ਨਿਸ਼ਾਨ ਵੀ ਮਿਟਾਤਾ, ਸਿਰਫ ਮੈਦਾਨ ਸੀਗਾ। ਇਹ ਇਸ ਤਰ੍ਹਾਂ ਦੀ ਹਾਲਾਤ ਮੈਂ ਕਿਤੇ ਹੋਰ ਨਹੀਂ ਸੀ ਦੇਖੇ। ਸੋ ਇਹ ਮੈਂ ਉੱਥੇ ਜਿਹੜੀ ਦੇਖੀ ਆ। ਔਰ ਅੱਜ ਜਿਹੜੀ ਤੁਸੀਂ ਕਹਿ ਰਹੇ ਘੋੜੀ ਤੇ ਨਹੀਂ ਚੜ੍ਹ ਜਾਣਾ, ਮੈਂ ਪਿੱਛੇ ਜੇ ਗਿਆ ਸੀ ਰਾਜਸਥਾਨ 'ਚ, ਔਰ ਮੈਂ ਸਟੇਟ ਦਾ ਰਿਵਿਊ ਲੈਣ ਗਿਆ ਸੀ। ਮੰਨ ਲਓ ਸਟੇਟ ਦੇ ਹਾਲਾਤ ਦੇਖੇ, ਅਸੀਂ ਰਿਵਿਊ ਕਰੀਦਾ ਕਿਹੜੇ ਕਿਹੜੇ ਡਿਪਾਰਟਮੈਂਟ 'ਚ ਕੀ ਅਨੁਸੂਚੀ ਜਾਤੀ ਦਾ ਹੋਇਆ। ਔਰ ਉਦੋਂ ਹੀ ਮੈਂ ਅਖਬਾਰ 'ਚ ਪੜ੍ਹ ਰਿਹਾ ਸੀ ਕਿ ਇੱਕ IPS ਅਧਿਕਾਰੀ ਲੇਡੀ ਹੈ, ਉਹਦਾ ਹਸਬੈਂਡ ਜਿਹੜਾ ਆ ਉਹ ਵੀ IAS ਅਫਸਰ ਹੈ, ਔਰ ਉਹਨੇ ਕਹਿੰਦੀ ਹੈ ਕਿ ਉਹਨੇ DGP ਨੂੰ ਲਿਖਿਆ ਹੈ ਕਿ ਮੈਂ ਜਿਹੜੀ ਆ ਮੈਂ IPS ਅਧਿਕਾਰੀ ਆ ਤੇ ਮੇਰੀ ਇੰਨੀ ਤਰੀਕ ਨੂੰ ਸ਼ਾਦੀ ਆ, ਔਰ ਮੇਰਾ ਘਰ ਵਾਲਾ ਜਿਹੜਾ ਆ ਉਹ IAS ਹੈ, ਪਰ ਉਹਨੇ ਘੋੜੀ ਚੜ੍ਹ ਕੇ ਆਉਣਾ, ਪਰ ਸਾਡੇ ਪਿੰਡ ਇੱਥੇ ਏਰੀਏ ਦੇ ਲੋਕ ਸਾਨੂੰ ਘੋੜੀ ਤੇ ਨਹੀਂ ਚੜ੍ਹਨ ਦਿੰਦੇ, ਇਸ ਕਰਕੇ ਸਾਨੂੰ ਸੁਰੱਖਿਆ ਦਿੱਤੀ ਜਾਵੇ। ਜੀ। ਇਹ ਜਿਹੜਾ ਆ ਹਾਲਾਤ ਅੱਜ ਵੀ ਉੱਥੇ ਦੇਖਣ ਨੂੰ ਸਾਨੂੰ ਮਿਲਦੇ ਨੇ। ਔਰ ਮੈਂ UP ਦੇ ਵਿੱਚ ਜਿਹੜਾ ਮੈਂ ਕਹਾਂਗਾ, UP 'ਚ ਇੱਕ ਬੁਲੰਦ ਸ਼ਹਿਰ ਦਾ ਕੇਸ ਮੇਰੇ ਕੋਲ ਆਇਆ ਕਿ ਘੋੜੀ ਤੇ ਜਾ ਰਿਹਾ, ਹਲਾ ਹੋਏ, ਲੜਾਈ ਝਗੜਾ ਹੋਇਆ, ਇੱਕ ਦੀ ਡੈਥ ਹੋ ਗਈ, ਸਣੇ ਦੁਲਾ 18 ਬੰਦਿਆਂ ਦੇ ਉੱਤੇ ਮੁਕੱਦਮਾ ਕਰਕੇ ਜੇਲ੍ਹ 'ਚ ਭੇਜਤਾ, ਔਰ ਬਾਅਦ ਦੇ ਵਿੱਚ ਸਾਡੀ ਇੰਟਰਵੀਨ ਦੇ ਉੱਤੇ ਉਹਨਾਂ ਨੂੰ ਜਿਹੜਾ ਆ ਉਹ ਰਿਹਾਈ ਵੀ ਹੋਈ, ਉਹ ਬਾਹਰ ਆਏ ਜੇਲ੍ਹ 'ਚੋਂ। ਔਰ ਇਸੇ ਤਰ੍ਹਾਂ ਜੇ ਅੱਜ ਲੋਕ ਕਹਿੰਦੇ ਨੇ, ਮੈਂ ਕਈ ਵਾਰੀ ਲੋਕਾਂ ਤੋਂ ਸੁਣਿਆ ਕਿ ਵੀ ਰਿਜ਼ਰਵੇਸ਼ਨ ਜਿਹੜੀ ਆ ਆਰਥਿਕ ਪੱਖੋਂ ਹੋਣੀ ਚਾਹੀਦੀ ਹੈ, ਜਾਤੀਗਤ ਪੱਖੋਂ ਨਹੀਂ। ਪਰ ਜਦੋਂ ਹੁਣ ਦੇਖਿਆ ਜਾਵੇ IPS ਅਧਿਕਾਰੀ ਆਰਥਿਕ ਪੱਖੋਂ ਕਮਜ਼ੋਰ ਹੁੰਦਾ, IAS ਅਧਿਕਾਰੀ ਜਿਹੜਾ ਆ ਆਰਥਿਕ ਪੱਖੋਂ ਕਮਜ਼ੋਰ ਹੁੰਦਾ, ਪਰ ਉਹਦੇ ਨਾਲ ਨਫ਼ਰਤ ਉਹਦੀ ਜਾਤੀ ਨਾਲ ਹੋ ਰਹੀ ਹੈ। ਔਰ ਜਿਹੜੀ ਰਿਜ਼ਰਵੇਸ਼ਨ ਦਾ ਬੇਸ ਜਿਹੜਾ ਆ ਉਹਦੀ ਨਫ਼ਰਤ, ਅਤਿਆਚਾਰ ਔਰ ਭੇਦਭਾਵ ਹੀ ਬੇਸ ਹੈ, ਔਰ ਉਹ ਬੇਸ ਜਿਹੜਾ ਹੈ ਉਹ ਜਾਤੀ ਹੈ, ਨਾ ਕਿ ਉਹਦੀ ਆਰਥਿਕ ਪੱਖੋਂ। ਸੋ ਇਹ ਕਹੀਏ ਮੇਰੇ ਕੋਲ ਹੋਰ ਮਿਸਾਲਾਂ ਵੀ ਬਹੁਤ ਸਾਰੀਆਂ ਨੇ ਉਹਨਾਂ। ਜੀ ਮੈਂ ਤੁਹਾਡੀ ਗੱਲ ਦੇਖੋ, ਉਹ ਆਪਾਂ ਜਾਤੀ ਨੂੰ, ਉਹ IPS ਅਧਿਕਾਰੀ, ਉਹਦਾ ਘਰ ਵਾਲਾ IAS ਅਫਸਰ, ਮੈਂ ਸੁਣੀ ਹੈ ਗੱਲ, ਉਹ ਬੰਦੇ ਇੰਨੀ ਐਜੂਕੇਸ਼ਨ ਲੈ ਕੇ ਅਹੁਦਿਆਂ ਤੇ ਜਾ ਕੇ ਵੀ ਆਪਦੇ ਆਲੇ ਦੁਆਲੇ ਦੀ ਜਿਹੜੀ ਰੂੜੀਵਾਦੀ ਸੋਚ ਹੈ ਉਹਨੂੰ ਚੇਂਜ ਨਹੀਂ ਕਰ ਸਕੇ। ਭਾਗਿਆ ਕੀ ਵਿਡੰਬਣਾ ਦੇਖੋ ਤੁਸੀਂ। ਮਤਲਬ ਜੇ ਮੈਂ ਪੜ੍ਹ ਲਿਖ ਗਿਆ ਤਾਂ ਮੈਂ ਇੰਨਾ ਕੁ ਹੋਊਗਾ ਕਿ ਮੇਰੇ ਨਾਲਦਿਆਂ ਨੂੰ ਮੈਂ ਸਾਰਾ ਦੱਸਾਂ ਵੀ ਆਹ ਸਹੀ, ਆਹ ਗਲਤ ਆ, ਪਰ ਸਮਾਜ 'ਚ ਜੋ ਕੁਰੀਤੀ ਜਾਂ ਉਹ ਮੈਂਟਲ ਕੰਡੀਸ਼ਨ ਜਿੱਥੇ ਸੈੱਟ ਹੋਈ ਆ, ਉਹ ਬੰਦੇ ਚੇਂਜ ਹੀ ਨਹੀਂ ਕਰਦੇ। ਕਿ ਦੁੱਖ ਇਸ ਗੱਲ ਦਾ ਆ। ਆਪਾਂ ਰੁਕਦੇ ਸਾਂਪਲਾ ਸਾਹਿਬ ਲਾਸਟ ਬ੍ਰੇਕ ਲਈ, ਤੇ ਫਿਰ ਆਪਾਂ ਅੱਗੇ ਆਉਂਦੇ ਫਿਰ ਪੰਜਾਬ ਤੇ। ਦਰਸ਼ਕੋ ਸਾਡੇ ਨਾਲ ਬਣੇ ਨੇ ਵਿਜੇ ਸਾਂਪਲਾ ਜੀ, ਬਹੁਤ ਵਧੀਆ ਐਲੈਬੋਰੇਸ਼ਨ ਦੇ ਰਹੇ ਹਰ ਚੀਜ਼ ਦੇ ਉੱਤੇ ਜੋ ਚੱਲ ਰਿਹਾ ਇਸ ਟਾਈਮ। ਸਾਂਪਲਾ ਸਾਹਿਬ, ਆਪਾਂ ਨਾ ਸਕੀਮਾਂ ਗੌਰਮੈਂਟ ਲੈ ਆਉਂਦੀ ਹੈ, ਸਟੇਟ ਗੌਰਮੈਂਟ ਜਾਂ ਸੈਂਟਰਲ ਗੌਰਮੈਂਟ, ਤੁਹਾਡੇ ਵਰਗੇ ਲੋਕ ਉੱਤੇ ਪਹਿਰਾ ਵੀ ਦਿੰਦੇ ਵੀ ਹਾਂ ਲਾਗੂ ਹੋ ਜੇ, ਪਰ ਜੇ ਆਪਾਂ ਕਹੀਏ ਕਿ ਲੋਕ ਉਸ ਚੀਜ਼ ਦਾ ਗਲਤ ਫਾਇਦਾ ਵੀ ਚੱਕ ਲੈਂਦੇ ਆ। ਆਪਾਂ ਕਿਸ ਨੂੰ ਲਾ ਕੇ ਗੱਲ ਨਹੀਂ ਕਰ ਰਹੇ, ਕੋਈ ਨਾਮੀ ਗ੍ਰਾਮੀ ਕਲਾਕਾਰ ਆ, ਉਹ ਪਤਾ ਲੱਗਿਆ ਜੀ ਉਹਨਾਂ ਦੇ ਫਾਦਰ ਸਾਹਿਬ, ਆਹ ਸੱਚ ਹੈ ਝੂਠ ਹੈ ਪਰਮਾਤਮਾ ਨੂੰ ਪਤਾ ਹੈ, ਆਪਾਂ ਅਗੇਨ ਤਾਂ ਹੀ ਨਾਂ ਨਹੀਂ ਲੈ ਰਹੇ ਕਿ ਉਹਨਾਂ ਨੇ ਆਹ ਬਣਾਇਆ ਤੇ ਆਹ ਜਾ ਕੇ ਜੀ ਉਹ ਨੌਕਰੀ ਕਰਦੇ ਰਹੇ। ਆਹ ਚੀਜ਼ਾਂ ਵੀ ਤਾਂ ਰੁਕਣੀਆਂ ਚਾਹੀਦੀਆਂ ਨਾ, ਤਾਂ ਕਿ ਜਿਹੜਾ ਅਸਲੀ ਹੱਕਦਾਰ ਆ ਉਹ ਨੌਕਰੀ ਲੈ ਸਕੇ। ਬਿਲਕੁਲ ਜੀ, ਇਹ ਤਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਇਹ ਬਿਲਕੁਲ ਰੁਕਣੀਆਂ ਚਾਹੀਦੀਆਂ ਨੇ। ਪਰ ਦੇਖੋ, ਇੱਕ ਸਮਾਜ ਦੇ ਵਿੱਚ ਇੱਕ ਪਾਸੋਂ ਤਾਂ ਅਸੀਂ ਕਹਿੰਦੇ ਆ ਕਿ ਵੀ ਜਿਹੜਾ ਅਸੀਂ ਸੰਪੰਨ ਆ ਤੇ ਦੂਸਰੇ ਮਾੜੇ, ਅਸੀਂ ਮਾੜੇ ਨੇ, ਮੰਨ ਲਓ ਕਮਜ਼ੋਰ ਨੇ, ਉਹਨੂੰ ਆਪਾਂ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਸਭ ਕੁਝ। ਦੂਸਰੇ ਪਾਸੇ ਆਪਾਂ ਉਹਨਾਂ ਨੂੰ ਮਿਲਣ ਵਾਲਾ ਹੱਕ ਹੀ ਆਪਾਂ ਖੋ ਰਹੇ ਆ। ਔਰ ਮੇਰੇ ਕੋਲ ਕਮਿਸ਼ਨ ਦੇ ਵਿੱਚ ਵੀ ਕਾਫੀ ਸਾਰੇ ਕੇਸ ਆਏ ਆ ਕਿ ਜਿਹੜੇ ਜਨਰਲ ਕੈਟਾਗਰੀ ਦੇ ਲੋਕ ਨੇ ਉਹ ਸਾਨੂੰ ਜਿਹੜੇ ਆ SC ਸਰਟੀਫਿਕੇਟ ਬਣਾ ਕੇ ਬੈਨੀਫਿਟ ਲੈ ਰਹੇ, ਔਰ ਕਈਆਂ ਦੇ ਉੱਤੇ ਮੈਂ 2-3 ਕੇਸ ਦੇ ਉੱਤੇ ਮੈਂ ਹੀ FIR ਕਰਵਾਤੀ ਹੈ। ਹੁਣ ਜਿਨ੍ਹਾਂ ਦਾ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦਾ ਵੀ ਸਾਨੂੰ ਮੈਸੇਜ ਆਇਆ, ਉਹ ਮੰਨ ਲਓ ਬੜਾ ਮੀਡੀਆ 'ਚ ਆਇਆ ਸੀ, ਨੋਟਿਸ ਦਿੱਤਾ ਹੈ ਉਹਦਾ ਵੀ ਜਵਾਬ ਤਲਬ ਕੀਤੀ ਹੈ ਕਿ ਹਾਂ ਸਾਨੂੰ ਤੱਥ ਸੱਚ ਦੱਸੋ ਕਿ ਹੈ ਕਿ ਨਹੀਂ ਹੈ। ਪਰ ਜਿਹੜਾ ਅੱਜ ਜੇ ਕਹੀਏ ਕਿ ਮੋਹਾਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਧਰਨਾ ਲੱਗਾ ਰਿਹਾ ਕਿ 4000 ਤੋਂ ਵੱਧ ਪੰਜਾਬ ਦੇ ਵਿੱਚ ਐਸੇ ਵਿਅਕਤੀ ਚਿੰਨ੍ਹਿਤ ਹੋਏ ਆ, ਮੰਨ ਲਓ ਉਹਨਾਂ ਨੇ ਜੋ ਧਰਨਾ ਲਾਉਣ ਵਾਲਿਆਂ ਨੇ ਇਹ ਕਿਹਾ ਕਿ ਵੀ ਉਹ ਅਸੀਂ ਆਇਡੈਂਟੀਫਾਈ ਕੀਤੇ 4000 ਤੋਂ ਵੱਧ ਲੋਕ ਜਿਹੜੇ ਜਨਰਲ ਕੈਟਾਗਰੀ ਦੇ ਪਰ SC ਸਰਟੀਫਿਕੇਟ ਲੈ ਕੇ ਸਰਵਿਸ ਕਰ ਰਹੇ।
ਸਰਵਿਸਾਂ ਕਰ ਰਹੇ, ਉਹਨਾਂ ਦਾ ਫਾਇਦਾ ਲੈ ਰਹੇ। ਇੱਕ ਪਾਸੇ ਤਾਂ ਆਪਾਂ ਉਹਨਾਂ ਨੂੰ ਨਫ਼ਰਤ ਕਰ ਰਹੇ ਹਾਂ, ਦੂਸਰੇ ਪਾਸੇ ਇੱਕ ਪਾਸੇ ਅਸੀਂ ਆਪਣੇ ਆਪ ਦੇ ਉੱਤੇ ਕਹਿ ਰਹੇ ਕਿ ਅਸੀਂ ਜਨਰਲ ਕੈਟਾਗਰੀ ਦੇ ਹਾਂ ਤੇ ਅਸੀਂ ਬੜਾ ਫਖਰ ਨਾਲ ਗੱਲ ਕਰਦੇ ਹਾਂ। ਹੁਣ ਇਸੇ ਤਰ੍ਹਾਂ ਜਿਨ੍ਹਾਂ ਦੀ ਗਾਇਕ ਦੀ ਗੱਲ ਕਰਦੇ ਆ, ਉਹਨਾਂ ਦੇ ਆਪਣੇ ਗਾਣੇ ਸੁਣੋ, ਇਹ ਕਰੋ ਉਹ ਕਰੋ, ਬੜੇ ਫਖਰ ਨਾਲ ਗੱਲ ਕਰਦੇ। ਔਰ ਦੂਸਰੇ ਪਾਸੇ ਉਹ ਕਹਿੰਦੇ ਕਿ ਅਸੀਂ ਨਹੀਂ ਹੈਗੇ, ਅਸੀਂ ਤਾਂ ਹੋਰ ਹੀ ਪਾਸੇ, ਉਹਨਾਂ ਦਾ ਸਰਟੀਫਿਕੇਟ ਕਪੀ ਹੋਰ ਬਣਾਇਆ। ਉਹਦੇ ਨਾਲ ਜਿਹੜੇ ਬਹੁਤ ਸਾਰੇ ਇੱਦਾਂ ਦੇ ਕੇਸ ਸਾਡੇ ਕੋਲ, ਔਰ ਇਕੱਲਾ ਪੰਜਾਬ 'ਚ ਨਹੀਂ, ਪੂਰੇ ਹਿੰਦੁਸਤਾਨ 'ਚ ਸਾਡੇ ਕੋਲ ਕੇਸ ਆਉਂਦੇ ਆ। ਔਰ 3-4 ਕੇਸਾਂ 'ਚ ਮੈਂ ਜਿਹਨਾਂ ਦੀ FIR ਵੀ ਉਹਨਾਂ ਤੇ ਕਰਵਾਈ ਆ। ਇਹ ਜਿਹੜੀ ਲੋਕਾਂ ਦੇ ਵਿੱਚ ਸਵਾਰਥ ਦੀ ਕਹਿ ਸਕਦਾ ਮੈਂ ਤਾਂ ਉਹਨਾਂ ਦਾ, ਜਦੋਂ ਤਾਂ ਲੈਣਾ ਸਵਾਰਥ, ਫਿਰ ਤਾਂ ਕਹਿੰਦੇ ਅਸੀਂ ਐਸੀ ਹਾਂ, ਜਦੋਂ ਕਹਿੰਦੇ ਨਹੀਂ ਹੈ ਤਾਂ ਫਿਰ ਕਹਿੰਦੇ ਨਹੀਂ ਅਸੀਂ ਤਾਂ ਐਸੀ ਨਹੀਂ, ਅਸੀਂ ਤਾਂ ਮਾੜੇ ਨਹੀਂ ਚੜਨ ਦੇਣਾ, ਫਿਰ ਘੋੜੀ ਤੇ ਵੀ ਨਹੀਂ ਚੜ੍ਹਨ ਦਿੰਦੇ, ਫਿਰ ਉਹਨੂੰ ਨੌਕਰੀ ਤੇ ਅੱਗੇ ਵਧਣ ਦੇਣਾ, ਫਿਰ ਉਹਨੂੰ ਅੱਗੇ ਜਾਣ ਤੋਂ ਲੱਗੇ ਉਹਦੀ ਲੱਤ ਖਿੱਚਣੀ। ਔਰ ਇੱਥੇ ਤੱਕ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਕਿ ਜਿਹੜੀ ਜਾਤੀਗਤ ਨਫ਼ਰਤ ਦੀ ਗੱਲ ਕਰਾਂ, ਮੈਂ ਚੇਨਈ ਦੇ ਵਿੱਚ ਇੱਕ ਮੁੰਡਾ ਜਿਹੜਾ ਆ ਉਹ BMW ਲੈ ਕੇ ਬੈਠਾ ਸੀ, ਰੈਸਟੋਰੈਂਟ 'ਚ ਖਾਣਾ ਖਾਣ ਗਿਆ ਮਹਿੰਗੇ 'ਚ। BMW ਵਾਲਾ ਮਾੜਾ ਆਦਮੀ ਨਹੀਂ ਹੁੰਦਾ ਜੀ। ਔਰ ਨਾਲ ਦੇ ਬੰਦੇ ਨੇ ਇਸ ਕਰਕੇ ਕੁੱਟ-ਕੁੱਟ ਮਾਰ ਦਿੱਤਾ ਕਿ ਉਹਦੀ ਜਿਹੜੀ ਕਾਰ ਦਾ ਛੱਲਾ ਸੀ ਨਾ, ਕੀ ਵਿੱਚ ਪਾਇਆ ਛੱਲਾ ਸੀ, ਉਹਦੇ ਡਾਕਟਰ ਅੰਬੇਡਕਰ ਦੀ ਫੋਟੋ ਲੱਗੀ ਹੋਈ ਸੀ। ਉਹ ਇਹ ਸੀ ਕਿ ਇਹ ਬੰਦਾ ਸਾਡੇ ਨਾਲ ਬੈਠ ਕੇ ਖਾਏਗਾ, ਯਾਨੀ ਇੱਥੇ ਤੱਕ ਤਾਂ ਉਹ ਮਾਰ ਦਿੱਤਾ ਆ। ਔਰ ਉਤੋਂ ਜਦੋਂ ਸਰਟੀਫਿਕੇਟ ਲੈਣਾ ਆ ਤਾਂ ਫਿਰ ਕਹਿੰਦੇ ਨਹੀਂ ਅਸੀਂ ਤਾਂ ਆਏ ਹਾਂ। ਇਹ ਜਿਹੜੀ ਪ੍ਰਵਿਰਤੀ ਹੈ ਉਹ ਮਾੜੀ ਆ। ਔਰ ਇਹਦਾ ਬੈਨੀਫਿਟ ਲੈਣ ਲਈ ਆਪਾਂ ਹੋਰ ਕਰੀਏ ਤੇ ਉੱਦਾਂ ਆਪਾਂ ਨਫ਼ਰਤ ਸਮਾਜ 'ਚ ਪੈਦਾ ਕਰੀਏ, ਉਹ ਨਫ਼ਰਤ ਖਤਮ ਨਾ ਕਰੀਏ, ਉਹ ਮਾੜੀਆਂ ਗੱਲਾਂ ਨੇ, ਮਾੜੀਆਂ ਗੱਲਾਂ। ਸਰ ਤੁਸੀਂ ਸੈਂਟਰ 'ਚ ਦਿੱਲੀ 'ਚ ਬੈਠੇ ਹੋ, ਵਰਕਸ਼ਾਪ ਦੀ ਜ਼ਰੂਰਤ ਹੈ ਸਕੂਲਾਂ ਦੇ ਵਿੱਚ, ਇੱਕ ਅੱਧੀ ਕਲਾਸ ਐਕਸਟਰਾ ਲੱਗ ਜਾਏ ਤੇ ਆਉਣ ਵਾਲੀ ਜਨਰੇਸ਼ਨ ਦੇ ਦਿਮਾਗ 'ਚ ਪਾਇਆ ਜਾਵੇ। ਜਿੱਦਣ ਅਸੀਂ ਪੈਦਾ ਹੋਏ ਸੀ ਨਾ, ਸਾਨੂੰ ਨਹੀਂ ਪਤਾ ਸੀ ਕਿਹੜੇ ਘਰ ਜਾ ਰਹੇ ਹਾਂ, ਬਾਤ ਧਰਮ ਬਾਅਦ 'ਚ ਬਣੇ, ਜਾਤੀਆਂ ਬਾਅਦ 'ਚ ਬਣੀਆਂ। ਇਹ ਚੀਜ਼ਾਂ ਜੇ ਹੁਣ ਤੋਂ ਜੇ ਸਕੂਲਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਪਾ ਦਿੱਤੇ ਤਾਂ ਹੋ ਸਕਦਾ ਆਉਣ ਵਾਲੀ ਜਨਰੇਸ਼ਨ ਕਿਤੇ ਨਾ ਕਿਤੇ ਆਪਾਂ ਨੂੰ ਬੈਨੀਫਿਟ ਆ ਚੀਜ਼ਾਂ ਕਰਨ। ਅਗੇਨ ਆਪਾਂ ਗੱਲ ਕੀਤੀ ਸਰ ਬਹੁਤ, ਪਰ ਮੈਂ ਤੁਹਾਡੇ ਸਕੂਲਾਂ ਵਾਲੇ ਵਿਸ਼ੇ ਦੇ ਉੱਤੇ ਮੈਂ ਸਹਿਮਤ ਨਹੀਂ ਹਾਂ, ਕਿਉਂਕਿ ਬੱਚੇ ਛੋਟੇ ਹੁੰਦੇ, ਉਹ ਛੋਟੀ ਉਮਰ 'ਚ ਉਹਨਾਂ ਨੂੰ ਇਹ ਹੀ ਨਹੀਂ ਪਤਾ ਹੁੰਦਾ ਕਿ ਮੇਰੀ ਜਾਤੀ ਕੀ ਹੈ। ਔਰ ਉਹਨਾਂ ਨੂੰ ਆਪਾਂ ਪੜ੍ਹਾਈਏ। ਇਹ ਜੇ ਕਾਲਜਾਂ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਆ, ਹੋ ਜਾਏ ਜਦੋਂ ਬੱਚਾ ਵੱਡਾ ਬਰਾਬਰ ਹੋ ਜਾਏ, ਮਤਲਬ ਕਾਲਜਾਂ ਦੇ ਵਿੱਚ ਜਾਵੇ। ਹਾਈ ਸਕੂਲ ਤੱਕ ਵੀ ਬੱਚੇ ਦੀ ਮਾਨਸਿਕਤਾ ਨਹੀਂ ਹੁੰਦੀ। ਮੈਂ ਤਾਂ ਜਦੋਂ 9ਵੀਂ 'ਚ ਪੜ੍ਹਦਾ ਸੀ, ਮੈਨੂੰ ਤਾਂ ਇਹ ਨਹੀਂ ਸੀ ਪਤਾ ਮੈਂ ਕਿਹੜੀ ਬਰਾਦਰੀ ਦਾ ਹਾਂ। ਮੰਨ ਲਓ ਉਦੋਂ ਜਦੋਂ ਬਹੁਤ ਸਾਰੀਆਂ ਚੀਜ਼ਾਂ, ਕਿਉਂਕਿ ਮੈਂ ਦਿੱਲੀ ਪੈਦਾ ਹੋਇਆ, ਇੱਧਰ ਸ਼ਹਿਰ 'ਚ ਰਿਹਾ, ਤਾਂ ਬਹੁਤ ਸਾਰੀਆਂ ਚੀਜ਼ਾਂ ਨਹੀਂ ਪਤਾ। ਪਰ ਜੇ ਮੇਰੇ ਦਿਮਾਗ 'ਚ ਬਚਪਨ 'ਚ ਹੀ ਮਾਰਦੇ ਤਾਂ ਫਿਰ ਹੀਨ ਭਾਵਨਾ ਵੀ ਆ ਸਕਦੀ ਹੈ ਤੇ ਨਫ਼ਰਤ ਵੀ। ਪਰ ਕਿਤੇ ਨਾ ਕਿਤੇ ਕੋਈ ਇਸ ਕਰਕੇ ਛੋਟੇ ਬੱਚੇ ਦੇ ਲਈ ਤਾਂ ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਨੂੰ ਜਾਤੀ ਦੀ ਪ੍ਰਤੀ ਇਹਦਾ ਕੋਈ ਐਸਾ ਬਰਾਬਰਤਾ ਦੀ ਗੱਲ ਪੜ੍ਹਾਈ ਜਾਣੀ ਚਾਹੀਦੀ। ਪਰ ਜਦੋਂ ਬੱਚਾ ਮੈਚੁਰ ਹੋ ਜਾਂਦਾ, ਜਦੋਂ ਉਹਨੇ ਸਮਾਜ 'ਚ ਜਾ ਕੇ ਫੈਸਲੇ ਲੈਣੇ ਆ, ਉਦੋਂ ਉਹਨੂੰ ਜ਼ਰੂਰ ਇਹਦੀ ਸਿੱਖਿਆ ਹੋਣੀ। ਤੁਸੀਂ 9ਵੀਂ ਤੋਂ ਕਰ ਲਓ, ਉਸ ਤੋਂ ਬਾਅਦ ਚਲੋ ਜਿੱਦਾਂ ਉਹ ਠੀਕ ਆ, ਵਰਕਸ਼ਾਪ ਜ਼ਰੂਰੀ ਹੈ ਮੇਰੇ ਕਹਿਣ ਦਾ ਮਤਲਬ, ਦਿਮਾਗ 'ਚ ਪਾਇਆ ਜਾਣਾ ਚਾਹੀਦਾ ਕਿ ਬਾਅਦ ਦੀਆਂ ਗੱਲਾਂ ਆ। ਸਾਂਪਲਾ ਸਾਹਿਬ ਆ ਜੀ, ਆਪਾਂ ਜਲੰਧਰ ਤੇ ਹੁਣ ਦੁਬਾਰਾ ਫੇਰ ਅੱਜ ਜਲੰਧਰ ਧੁਰਾ ਬਣਾਇਆ ਹੋਇਆ ਆ। ਤੁਸੀਂ ਚੋਣ ਲੜੀ ਭਾਰਤੀ ਜਨਤਾ ਉਪ ਚੋਣ ਦੀ ਗੱਲ ਕਰ ਰਹੇ, ਚੌਧਰੀ ਸੰਤੋਖ ਸਿੰਘ ਜੀ ਛੱਡ ਕੇ ਚਲੇ ਗਏ, ਪਰਮਾਤਮਾ ਉਹਨਾਂ ਨੂੰ ਆਪਦੇ ਚਰਨਾਂ 'ਚ ਵਾਸਾ ਦੇਵੇ। ਭਾਰਤੀ ਜਨਤਾ ਪਾਰਟੀ ਨੇ ਬੜੇ ਜ਼ੋਰ ਸ਼ੋਰ ਨਾਲ ਇਲੈਕਸ਼ਨ ਲੜਿਆ, ਪਰ ਜਿਹੜੀ ਵੋਟ ਆ ਪਹਿਲਾਂ ਨਾਲ ਤਾਂ ਖੈਰ ਵਧੀ ਹੈ ਤੁਹਾਡੀ, ਪਰ ਉਹ ਚੀਜ਼ ਨੂੰ ਲੈ ਕੇ ਅਗਾਂਹ ਜਿਹੜੀਆਂ ਆ ਰਹੀਆਂ ਆ ਆਪਣੀਆਂ 2024 ਦੀਆਂ ਚੋਣਾਂ, ਕਿ 13 ਦੀਆਂ 13 ਸੀਟਾਂ ਦੇ ਤੁਸੀਂ ਆਪ ਲੜੋਗੇ ਕਿ ਇਹ ਜਲੰਧਰ ਵਾਲੀ ਸੀਟ ਨੇ ਤੁਹਾਨੂੰ ਕੋਈ ਫੋਟੋ ਦਿਖਾਈ ਵੀ ਹਾਂ ਠੀਕ ਹੈ ਇੱਥੇ ਵਧੀਆ, ਹੁਣ ਆਪਾਂ ਸਾਰਿਆਂ ਤੇ ਲੜ ਕੇ ਤੇ ਇਕੱਲੀ ਭਾਰਤੀ ਜਨਤਾ ਪਾਰਟੀ ਅੱਗੇ ਆਊਗੀ? ਦੇਖੋ, ਜਲੰਧਰ ਦੀ ਚੋਣ ਜਿਹੜੀ ਹੈ ਉਹ ਅਸੀਂ ਕਦੇ ਨਹੀਂ ਸੀ ਲੜੀ ਲੋਕ ਸਭਾ ਦੀ, ਇਸੇ ਤਰ੍ਹਾਂ ਹੀ ਸੰਗਰੂਰ ਦੀ ਚੋਣ ਵੀ ਅਸੀਂ ਕਦੇ ਨਹੀਂ ਲੜੀ। ਪਰ ਤੁਸੀਂ ਦੋਨਾਂ ਦੇ ਨਤੀਜਿਆਂ 'ਚ ਦੇਖਿਆ ਜਾਊਗਾ ਕਿ ਅਸੀਂ ਕਿਤੇ ਨਹੀਂ ਸੀ ਲੜੀ, ਪਰ ਸਾਡੇ ਭਾਈਵਾਲ ਦੀ ਜਿਹੜੀ ਸੀ ਅਸੀਂ ਉਹਨਾਂ ਨਾਲੋਂ ਵੱਧ ਵੋਟਾਂ ਲਈਆਂ। ਹੁਣ ਜਲੰਧਰ ਦੇ ਵਿੱਚ ਤੁਸੀਂ ਕਹੋਗੇ ਕਿ ਅਕਾਲੀ ਦਲ ਜ਼ਿਆਦਾ ਲੈ ਕੇ ਗਿਆ ਤੇ ਭਾਜਪਾ ਘੱਟ ਲੈ ਗਈ, ਪਰ ਇਹ ਵੀ ਨਾਲ ਜੋੜਨਾ ਪਊਗਾ ਉਹ ਦੋ ਪਾਰਟੀਆਂ ਸੀ, ਨਾਲ ਬਹੁਜਨ ਸਮਾਜ ਪਾਰਟੀ ਨਾਲ ਬਸਪਾ ਸੀ। ਹਾਂਜੀ ਬਿਲਕੁਲ ਠੀਕ ਹੈ, ਉਹ ਦੋ ਪਾਰਟੀਆਂ ਦੀ ਵੋਟ ਤੇ ਸਾਡੀ ਵੋਟ ਨੂੰ ਅਗਰ ਤੁਸੀਂ ਕਰੋ ਤਾਂ ਅਸੀਂ ਇੱਕ ਤਰੀਕੇ ਨਾਲ ਦੇਖਿਆ ਜਾਂਦਾ ਕਿ ਜਿਹੜੀ ਭਾਈਵਾਲ ਸਾਡੀ ਪਾਰਟੀ ਰਹੀ ਹੈ ਕੋਈ ਉੱਥੇ ਚੁਣਾਵ ਲੜੀ ਸੀ, ਔਰ ਅਸੀਂ ਜਿਹੜੇ ਸੀ ਕਦੀ ਉੱਥੇ ਲੋਕ ਸਭਾ ਦਾ ਚੁਣਾਵ ਨਹੀਂ ਸੀ ਲੜਿਆ। ਔਰ ਬਹੁਤ ਸਾਰੇ, ਕਿਉਂਕਿ ਅਸੀਂ 3 ਸੀਟਾਂ ਲੜਦੇ, ਬਾਕੀ 6 ਸੀਟਾਂ ਤਾਂ ਸਾਡੇ ਭਾਈਵਾਲ ਹੀ ਲੜਦੇ ਸੀ। ਭਾਵ ਉੱਥੇ ਸਾਡਾ ਕੋਈ ਆਰਗੇਨਾਈਜੇਸ਼ਨਲ ਸੈਟਅਪ ਵੀ ਨਹੀਂ ਸੀ, ਪਰ ਫਿਰ ਵੀ ਅਸੀਂ ਉੱਥੇ ਵੀ ਮਜ਼ਬੂਤੀ ਦੇ ਨਾਲ ਅੱਗੇ ਵਧੇ ਹਾਂ। ਇਹ ਸਾਡੇ ਲਈ ਇੱਕ ਹੌਸਲੇ ਦੀ ਗੱਲ ਸਾਨੂੰ ਜ਼ਰੂਰ ਦੱਸਦੀ ਆ। ਔਰ ਜਿੱਥੇ ਤੱਕ ਬਾਈ ਇਲੈਕਸ਼ਨ ਜਿਹੜੀ ਆ ਹੁੰਦੀ ਹੈ, ਬਾਈ ਇਲੈਕਸ਼ਨ ਦੇ ਵਿੱਚ ਮੋਸਟਲੀ ਜਿਹੜੇ ਦਬਦਬਾ ਸਰਕਾਰ ਦਾ ਮੌਜੂਦਾ ਦਾ ਰਹਿੰਦਾ, ਇਹ ਸ਼ੁਰੂ ਤੋਂ ਟ੍ਰੈਂਡ ਹੈ। ਪਰ ਉਹਦੇ 'ਚ ਭਾਜਪਾ ਅੱਗੇ ਨਾਲੋਂ ਵਧੀਆ, ਅੱਗੇ ਨਾਲੋਂ ਅੱਗੇ ਆਈ ਆ।
ਔਰ ਉਹ 2024 ਦੇ ਲਈ ਸਾਡੇ ਲਈ ਪੋਜ਼ਿਟਿਵ ਸਾਈਨ ਮੰਨ ਕੇ ਹੀ ਅਸੀਂ ਚੱਲ ਰਹੇ ਹਾਂਗੇ। ਸੋ ਮੈਨੂੰ ਲੱਗਦਾ ਹੈ ਕਿ ਵੀ ਆਉਣ ਵਾਲਾ ਸਮਾਂ ਜਿਹੜਾ ਆ, ਕਿਉਂਕਿ ਬਹੁਤ ਸਾਰੇ ਲੋਕਾਂ 'ਚ ਸੀ ਕਿ ਵੀ ਦੇਸ਼ ਦੀ ਬਾਗਡੋਰ ਜਿਹੜੀ ਆ ਉਹ ਮੋਦੀ ਤੋਂ ਇਲਾਵਾ ਹੋਰ ਕੋਈ ਨਹੀਂ ਸੰਭਾਲ ਸਕਦਾ। ਔਰ ਵਿਸ਼ੇਸ਼ ਤੌਰ ਤੇ ਜਿਹੜੇ ਵਿਦੇਸ਼ਾਂ 'ਚ ਰਹਿੰਦੇ ਆ ਭਾਰਤੀ, ਕੁਝ ਲੋਕਾਂ ਨੂੰ ਰੈਡੀਕਲ ਗਰੁੱਪਾਂ ਨੂੰ ਛੱਡ ਲਈਏ, ਪਰ ਵਿਦੇਸ਼ਾਂ 'ਚ ਰਹਿੰਦੇ ਸਾਰੇ ਹੀ ਹਿੰਦੁਸਤਾਨੀ ਜਿਹੜੇ ਆ ਫਖਰ ਨਾਲ ਕਹਿੰਦੇ ਆ ਕਿ ਵੀ ਮੋਦੀ ਨੇ ਬਹੁਤ ਵੱਡਾ ਸਾਡਾ ਮਾਣ ਸਨਮਾਨ ਪੂਰੀ ਦੁਨੀਆ 'ਚ ਵਧਾਇਆ। ਔਰ ਉਹਦੇ ਨਾਲ ਜਿਹੜਾ ਆ ਲੋਕਾਂ 'ਚ ਆਪਣੀ ਇੱਕ ਅਲੱਗ ਤਰ੍ਹਾਂ ਦਾ ਇੱਕ ਮਾਣ ਮਹਿਸੂਸ ਕਰਦੇ ਆ, ਛਾਤੀ ਚੌੜੀ ਕਰਦੇ ਆ। ਤੇ ਉਹਦੇ ਦਾ ਜਿਹੜਾ ਫਾਇਦਾ ਜਿਹੜਾ ਆਉਣ ਵਾਲੇ ਚੁਣਾਵਾਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਤਾਂ ਪਹਿਲਾਂ ਹੀ ਫਾਇਦਾ ਬਹੁਤ ਹੁੰਦਾ। ਪੰਜਾਬ ਹੀ ਇੱਕ ਐਸਾ ਸੀ ਜਿੱਥੇ ਸ਼ਾਇਦ ਇਹ ਮੈਸੇਜ ਕਨਵੇ ਨਹੀਂ ਸੀ ਹੋ ਰਿਹਾ, ਔਰ ਮੈਸੇਜ ਸ਼ਾਇਦ ਕਨਵੇ ਇਸ ਕਰਕੇ ਨਹੀਂ ਸੀ, ਅਸੀਂ ਇਕੱਲੇ ਨਹੀਂ ਸੀ, ਪਰ ਹੁਣ ਜਿੰਨਾ ਅਸੀਂ ਕਰਾਂਗੇ ਆਪਣੇ ਲਈ ਕਰ ਰਹੇ ਹਾਂ, ਔਰ ਉਹਦਾ ਆਉਣ ਵਾਲੇ ਸਮੇਂ 'ਚ ਫਾਇਦਾ ਜ਼ਰੂਰ ਹੋਏਗਾ ਔਰ ਆਸ ਹੈ ਕਿ ਅੱਛੇ ਰਿਜ਼ਲਟ ਵੀ ਆਉਣਗੇ। ਜੀ ਜੀ, ਇੱਕ ਸਾਂਪਲਾ ਸਾਹਿਬ ਆ ਜਿਹੜੀ ਗੱਲ ਚੱਲ ਰਹੀ ਹੈ ਕਿ ਲੋਕ ਸਭਾ ਦੀਆਂ ਸੀਟਾਂ ਵੱਧ ਜਾਣੀਆਂ, 13 ਤੋਂ 20 ਹੋ ਜਾਣੀਆਂ, ਉਹ 'ਚ ਕਿੰਨੀ ਕੁ ਸੱਚਾਈ ਤੁਹਾਨੂੰ ਲੱਗਦੀ ਆ ਕਿ ਵਾਕਈ ਕੋਈ ਪਲਾਨਿੰਗ ਚੱਲ ਰਹੀ ਹੈ? ਹੋ ਸਕਦਾ ਪਾਪੂਲੇਸ਼ਨ ਵੱਧ ਗਈ, ਪਲਾਨਿੰਗ ਵੀ ਹੋਵੇ, ਪਤਾ ਨਹੀਂ। ਵੈਸੇ ਕਿਉਂਕਿ ਇਹ ਤਾਂ ਕਾਫੀ ਚਿਰ ਤੋਂ ਜਿਹੜੀ ਸੀ ਇਹਦੇ ਤੇ ਚੱਲ ਰਹੀ ਸੀ ਕਿ ਸੀਟਾਂ ਵਧਣੀਆਂ ਹੁੰਦੀਆਂ, ਇੱਕ ਵੋਟ ਲਿਮਟ ਦਾ ਹੁੰਦਾ ਕਿ ਵੀ ਇੰਨੇ ਤੇ ਹੋਣੀ ਚਾਹੀਦੀ, ਪਰ ਇਸ ਕਰਕੇ ਪਾਰਲੀਮੈਂਟ ਦੀਆਂ ਸੀਟਾਂ ਜਾਂ ਦੂਸਰੀਆਂ ਨਹੀਂ ਵਧਾ ਸਕਦੇ ਸੀ ਕਿਉਂਕਿ ਸਾਡੇ ਕੋਲ ਉੱਥੇ ਸਿਟਿੰਗ ਅਰੇਂਜਮੈਂਟ ਨਹੀਂ ਸੀ। ਤੁਸੀਂ ਦੇਖਿਆ ਕਿ ਹੁਣ ਨਵਾਂ ਪਾਰਲੀਮੈਂਟ ਦੀ ਨਵੀਂ ਜਿਹੜੀ ਹੈ ਬਿਲਡਿੰਗ ਬਣਾਈ ਹੈ ਔਰ ਉਹਦੀ ਕਪੈਸਿਟੀ ਜਿਹੜੀ ਇਹਦੇ ਨਾਲੋਂ ਦੁੱਗਣੀ ਕਰ ਦਿੱਤੀ ਹੈ। ਪਹਿਲਾਂ 600 ਦੀ ਸੀ, ਹੁਣ 1200 ਵਿਅਕਤੀਆਂ ਦੀ ਸਿਟਿੰਗ ਹੈ। ਔਰ ਇਹ ਡੀਲਿਮਿਟੇਸ਼ਨ ਕਾਫੀ ਲੰਬੇ ਸਮੇਂ ਤੋਂ ਰੁਕੀ, ਮਤਲਬ ਡੀਲਿਮਿਟੇਸ਼ਨ ਤਾਂ ਹੋ ਰਹੀ ਸੀ ਪਰ ਸੀਟਾਂ ਨਹੀਂ ਸੀ ਵੱਧ ਰਹੀਆਂ। ਔਰ ਜਦਕਿ ਇਹ ਇੰਦਰਾ ਗਾਂਧੀ ਦੇ ਸਮੇਂ ਤੇ ਹੀ ਵਧਣੀਆਂ ਚਾਹੀਦੀਆਂ ਸੀ, ਉਦੋਂ ਇਸ ਕਰਕੇ ਨਹੀਂ ਸੀ ਹੋ ਪਾਇਆ ਕਿ ਹਾਲੇ ਬੈਠਣਾ ਸਿਟਿੰਗ ਕਿਤੇ, ਔਰ ਉਦੋਂ ਤੋਂ ਲੈ ਕੇ ਹੁਣ ਤੱਕ ਪਾਪੂਲੇਸ਼ਨ ਦੁੱਗਣੀ ਹੋ ਗਈ ਹੈ ਔਰ ਇੰਨੇ ਲੋਕਾਂ ਨੂੰ ਸੰਭਾਲਣਾ, ਉੱਥੇ ਤੱਕ ਪਹੁੰਚ ਕਰਨੀ ਬੜੀ ਔਖੀ ਹੁੰਦੀ ਹੈ। ਔਰ ਇਸ ਕਰਕੇ ਥੋੜਾ ਜਿਹਾ ਹੁੰਦਾ ਹੈ, ਔਰ ਇਹ ਸਿਸਟਮ ਆਲਰੇਡੀ ਹੈ ਪਹਿਲਾਂ ਤੋਂ ਹੀ ਹੈ ਕਿ ਇਹਦੀ ਡਿਲਿਮਿਟੇਸ਼ਨ ਹੋਣੀ, ਸੀਟਾਂ ਵਧਣੀਆਂ, ਉਹਦੀ ਪਾਪੂਲੇਸ਼ਨ ਦੇ ਹਿਸਾਬ ਨਾਲ ਕਰਨਾ ਹੁੰਦਾ, ਪਰ ਉਹ ਨਹੀਂ ਸੀ। ਹੁਣ ਜਿਹੜਾ ਕਿਉਂਕਿ ਇਹ 26 ਦੇ ਵਿੱਚ ਹੋਣਾ ਆ, ਹਾਲੇ ਉਹਦਾ ਸ਼ੁਰੂਆਤ ਨਹੀਂ ਹੋਈ ਕਿਉਂਕਿ 26 'ਚ ਡੀਲਿਮਿਟੇਸ਼ਨ ਹੋਣੀ ਆ, ਉਦੋਂ ਤੋਂ ਜਾ ਕੇ ਜਿਹੜੀ ਹੈ ਪੰਜਾਬ ਦੀਆਂ ਸੀਟਾਂ ਵਧਣਗੀਆਂ, ਆਲ ਓਵਰ ਇੰਡੀਆ ਵੀ ਵਧਣਗੀਆਂ। ਔਰ ਉਸ ਵੇਲੇ ਕਿੱਥੇ ਕਿੱਥੇ ਪਾਪੂਲੇਸ਼ਨ ਐਸੀਆਂ ਦੀ ਵਧੀ ਹੈ, ਉੱਥੇ ਐਸੀਆਂ ਦੀ ਸੀਟਾਂ ਵਧਣਗੀਆਂ ਵੀ, ਜਿੱਥੇ ਪਾਪੂਲੇਸ਼ਨ ਜਨਰਲ ਕੈਟਾਗਰੀ ਦੀ ਵਧੀ ਹੈ ਉੱਥੇ ਉਹ ਜਿਹੜੀਆਂ ਐਸੀ ਦੀਆਂ ਸੀਟਾਂ ਘਟਣਗੀਆਂ। ਜੀ ਜੀ ਜੀ, ਸਾਂਪਲਾ ਸਾਹਿਬ ਇੱਕ ਨਾ ਟਿੱਪਣੀ ਆਈ ਹੈ ਔਰ ਕਹਿੰਦੇ ਜ਼ਰੂਰ ਪੁੱਛੋ, ਮੈਂ ਤੁਹਾਨੂੰ ਤਾਂ ਪੁੱਛ ਰਿਹਾ ਕਿਉਂਕਿ ਤੁਸੀਂ ਸੈਂਟਰਲ ਗੌਰਮੈਂਟ ਦੇ ਵਿੱਚ ਹੈਗੇ ਵੀ ਹੋ। ਇੱਕ ਦੇਖੋ ਦੋ ਇਸ ਜਿਹੜਾ ਮੈਂ ਪੁਆਇੰਟ ਚੱਕ ਰਿਹਾ 'ਚ 2 ਕੁਐਸਚਨ ਖੜੇ ਹੁੰਦੇ, ਦੋਨਾਂ 'ਚ ਤੁਹਾਡੀ ਹੈਲਪ ਦੀ ਲੋੜ ਹੈ। ਇੱਕ ਤਾਂ ਕੈਨੇਡਾ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਜਿਹੜੇ ਆਪਣੇ ਇੰਡੀਆ ਤੋਂ ਸਟੂਡੈਂਟ ਆਉਂਦੇ, ਸਟੂਡੈਂਟ ਵੀਜ਼ਾ ਲੈ ਕੇ, ਹਾਲਾਤ ਬਹੁਤ ਬੱਤਰ ਨੇ। ਉਹਦਾ ਹਾਲਾਤ ਇਹ ਹੈ ਕਿ ਉੱਥੋਂ ਦੇ ਖਾਸ ਕਰਕੇ, ਹੁਣ ਮੈਂ ਕੋਈ ਮਾਈਂਡ ਨਾ ਕਰੇ, ਮੈਂ ਕਹੂੰਗਾ ਪੰਜਾਬ ਦੇ ਵਿੱਚ ਏਜੰਟ ਟੋਲਾ ਕੋਈ ਇੱਦਾਂ ਦਾ ਬੈਠਾ ਹੈ ਕਿ ਜਿਹੜਾ ਪਤਾ ਨਹੀਂ ਕਿਸੇ ਨਾ ਕਿਸੇ ਤਰ੍ਹਾਂ ਉਹ ਉਹਨਾਂ ਨੂੰ ਵੀਜ਼ਾ ਲਵਾ ਰਿਹਾ ਹੈ। ਮੋਰਲੇ ਜਿਹੜੇ ਕੋਈ ਯੂਨੀਵਰਸਿਟੀ ਉਹਨਾਂ ਨੂੰ ਐਕਸੈਪਟ ਨਹੀਂ ਕਰਤੇ, ਸਿਰਫ ਵੀਜ਼ਾ ਲਵਾ ਕੇ ਤੋਰ ਦਿੰਦੇ ਆ। ਅਤੇ ਉਹ ਇੱਥੇ ਆ ਕੇ ਵਿਚਾਰੇ ਨਾ ਘਰ ਦੇ ਰਹਿੰਦੇ ਨਾ ਘਾਟ ਦੇ, ਰਿਸੈਸ਼ਨ ਚੱਲ ਰਿਹਾ ਇੱਥੇ, ਜੋਬਾਂ ਇੰਨੀਆਂ ਹੈ ਨਹੀਂ ਗੀਆਂ। ਹੁਣ ਇੱਕ ਤਾਂ ਉਹਨਾਂ ਦੇ ਡਿਪੋਰਟੇਸ਼ਨ ਦੀ ਜਿਹੜੀ ਹੈ, ਕਿਉਂਕਿ ਕੈਨੇਡਾ ਗੌਰਮੈਂਟ ਨੇ ਜਿਹੜੀ ਹੈਗੀ ਆ ਉਹ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਨਹੀਂ ਗੀਆਂ ਜਿੱਥੋਂ ਦੀ ਉਹ ਵੀਜ਼ਾ ਲੈ ਕੇ ਆਏ ਆ, ਹੋਰ ਵੀ ਕੋਈ ਘੁੰਡੀ ਹੋ ਸਕਦੀ ਆ। ਉਹਦੇ ਵਿੱਚ ਕਿ ਜਿਹੜੇ ਡਿਪੋਰਟੇਸ਼ਨ ਆ ਵਿਚਾਰੇ 40-40, 20-20, 30-30, 15-15 ਲੱਖ ਆਏ ਆ। ਔਰ ਤੁਹਾਨੂੰ ਪਤਾ ਹਾਲਾਤ ਮੱਧਮ ਵਰਗੀ ਪਰਿਵਾਰ ਦੀ ਕੀ ਹੁੰਦੀ ਉੱਤੇ, ਅਤੇ ਉਹਨਾਂ 'ਤੇ ਜੇ ਇੱਥੇ ਰਹਿੰਦੇ ਥੋੜ੍ਹਾ ਬਹੁਤ ਕੰਮ ਕਰਕੇ ਪਿਛਲਾ ਕਰਜ਼ਾ ਲਾ ਲੈਂਦੇ, ਪੱਕੇ ਹੁੰਦੇ ਨਾ ਹੁੰਦੇ ਬਾਅਦ ਦੀ ਗੱਲ ਆ। ਪਰ ਹੁਣ ਉਹ ਜੇ ਇੱਕੋ ਦਮ ਜਾ ਕੇ ਵਾਪਸ ਇੰਡੀਆ ਲੈਂਡ ਕਰਨਗੇ ਤਾਂ ਉੱਥੇ ਆਲਰੇਡੀ ਉਹਨਾਂ ਨੇ ਕਰਜ਼ਾ ਚੱਕਿਆ ਹੋਇਆ। ਸੈਂਟਰਲ ਗੌਰਮੈਂਟ ਵੱਲੋਂ ਕੋਈ ਤੁਸੀਂ ਗੱਲ ਚੱਕੋਗੇ ਕਿ ਉਹਨਾਂ ਦੀ ਡਿਪੋਰਟੇਸ਼ਨ ਰੁਕਵਾਈ ਜਾ ਸਕੇ? ਦੂਜੀ ਜਿਹੜਾ ਟਰੈਵਲ ਏਜੰਟਾਂ ਨੇ ਉੱਥੇ ਜਿਹੜਾ ਕੰਮ ਫੜਿਆ, ਉਹਨਾਂ 'ਤੇ ਨਕੇਲ ਕੱਸੀ ਜਾ ਸਕੇ? ਹੋਰ 2-3 ਚੀਜ਼ਾਂ ਹੈ ਜੀ, ਇਹਨਾਂ ਨੂੰ ਹਰ ਐਂਗਲ ਤੋਂ ਦੇਖਣਾ। ਪਹਿਲੀ ਗੱਲ ਤਾਂ ਸਰਕਾਰਾਂ ਜਿਹੜੀਆਂ ਫੈਸਿਲਿਟੇਟ ਕਰਦੀਆਂ, ਉਹਦੇ 'ਚ ਮਦਦ ਕਰਦੀਆਂ ਕਿ ਤੁਸੀਂ ਬਾਹਰ ਜਾਣਾ, ਪੜ੍ਹਨ ਜਾਣਾ, ਤਾਂ ਤੁਹਾਨੂੰ ਜਿਹੜੀ ਸਰਕਾਰ ਵੱਲੋਂ ਜਿਹੜੀ ਆ ਉਹ ਸਹੂਲਤ ਮਿਲਦੀ ਆ, ਉਹ ਮਿਲੇ। ਵੀਜ਼ਾ ਦੇਣਾ ਆ ਨਹੀਂ ਦੇਣਾ ਉਹ ਦੂਸਰੇ ਮੁਲਕ ਦਾ ਕੰਮ, ਉਹਨਾਂ ਦੀ ਐਮਬੈਸੀ ਦਾ ਕੰਮ ਆ, ਉਹਨਾਂ ਦੀ ਸਰਕਾਰ ਉਸ ਮੁਲਕ ਦੀ ਪਾਲਿਸੀ ਦਾ ਕੰਮ ਹੈ। ਹੁਣ ਕਿੱਥੇ ਵੀਜ਼ਾ ਦਿੱਤਾ ਹੈ, ਉਹ ਗਲਤ ਦਿੱਤਾ, ਠੀਕ ਦਿੱਤਾ ਹੈ, ਉਹਦੀ ਜ਼ਿੰਮੇਵਾਰੀ ਸੰਬੰਧਿਤ ਦੇਸ਼ ਦੀ ਹੁੰਦੀ, ਉਸ ਕੰਟਰੀ ਦੀ ਹੈ।
ਔਰ ਉੱਥੇ ਐਡਮਿਸ਼ਨ ਹੋਈ ਨਹੀਂ ਹੋਈ, ਉਹਦੀ ਫੀਸ ਜਮ੍ਹਾਂ ਹੋਈ ਨਹੀਂ ਹੋਈ, ਉਹਦਾ ਰਹਿਣ ਸਹਿਣ ਉੱਥੇ ਹੋਇਆ ਨਹੀਂ ਹੋਇਆ, ਉਹਦਾ ਹੋਸਟਲ ਹੋਇਆ ਨਹੀਂ ਹੋਇਆ, ਇਹ ਸਾਰੀਆਂ ਚੀਜ਼ਾਂ ਦੇਖਣੀਆਂ ਹੁੰਦੀਆਂ। ਔਰ ਜਿੱਥੇ ਤੱਕ ਮੈਨੂੰ ਇਹ ਪਤਾ ਲੱਗਾ ਹੈਗਾ ਆ ਕਿ ਕੈਨੇਡਾ ਦੀ ਸਰਕਾਰ ਨੇ ਵੀ ਕਿਹਾ ਕਿ ਸਾਡੇ ਵਿੱਚ ਵੀ ਬਹੁਤ ਸਾਰੀਆਂ ਕਮੀਆਂ ਉਹਨਾਂ ਨੇ ਪਾਈਆਂ, ਔਰ ਉਹਨਾਂ ਨੇ ਵੀ ਆਪਣੇ ਐਮਬੈਸੀ ਦੇ ਉੱਤੇ ਕਿੰਤੂ ਪ੍ਰੰਤੂ ਕੀਤਾ, ਔਰ ਉਹ 10-12 ਲੋਕਾਂ ਦੀ ਜੋ ਮੈਨੂੰ ਪਤਾ ਲੱਗਾ ਉਹਨਾਂ ਨੇ ਕੋਈ ਇਨਕੁਆਰੀ ਵੀ ਖੋਲ੍ਹੀ ਹੈ ਜਿਹੜੇ ਫਟਾਫਟ ਵੀਜ਼ਾ ਦੇਈ ਜਾਂਦੇ ਆ। ਔਰ ਉਹਦੇ ਤੇ ਵੀ ਜਿਹੜੀ ਉਹਨਾਂ ਦੀ ਇਹਦੇ ਵਿੱਚ ਸਰਕਾਰ ਤਾਂ ਸਿਰਫ ਉਹਨਾਂ ਤੇ ਪ੍ਰੈਸ਼ਰ, ਮੰਨ ਲਓ ਸਾਡੀ ਜਿਹੜੀ ਕੇਂਦਰ ਸਰਕਾਰ ਦਾ ਰੌਲਾ ਹੈ ਕਿ ਵੀ ਉਹ ਵਾਪਸ ਨਾ ਆਉਣ, ਅਗਰ ਉਹਨਾਂ ਨੇ ਵੀਜ਼ਾ ਦਿੱਤਾ ਤਾਂ ਉਹਨੂੰ ਸੰਭਾਲਿਆ ਜਾਵੇ। ਇਹਦੇ 'ਚ ਸਾਡੀ ਜਿਹੜੀ ਭਾਰਤ ਸਰਕਾਰ ਉਹ ਆਪਣਾ ਰੋਲ ਅਦਾ ਕਰ ਰਹੀ ਹੈ, ਔਰ ਇਸ ਪ੍ਰੈਸ਼ਰ ਦੇ ਥੱਲੇ ਹੀ ਹਾਲੇ ਤੱਕ ਕੈਨੇਡਾ ਜਿਹੜਾ ਆ ਕਹਿਣਾ ਚਾਹ ਰਿਹਾ ਸੀ ਕਿ ਵੀ ਅਸੀਂ ਭੇਜ ਰਹੇ ਹਾਂ, ਉਹ ਥੋੜਾ ਜਿਹਾ ਹਾਲੇ ਤੱਕ ਉਹਦੇ ਤੇ ਵਿਚਾਰ ਵਟਾਂਦਰਾ ਹੋ ਰਿਹਾ ਹੈ। ਵਿੱਚ ਇਹ ਵੀ ਪਤਾ ਲੱਗਾ ਹੈ ਕਿ ਫੈਸਲਾ ਦੂਸਰੇ ਮੁਲਕਾਂ ਨੇ ਲੈਣਾ ਹੈ, ਸਾਡੇ ਭਾਰਤ ਸਰਕਾਰ ਨੇ ਨਹੀਂ ਲੈਣਾ। ਭਾਰਤ ਸਰਕਾਰ ਤਾਂ ਉਹਨਾਂ ਦੀ ਮਦਦ ਲਈ, ਉਹਨੂੰ ਫੈਸਿਲਿਟੇਟ, ਉਹਨੂੰ ਸਹੂਲਤ ਦੇ ਲਈ ਅੱਗੇ ਆਏਗੀ। ਔਰ ਬਹੁਤ ਜ਼ਿਆਦਾ ਹੋਇਆ ਤਾਂ ਜੋ ਸਰਕਾਰੀ ਆਪਣੇ ਅਸੀਂ ਹਰ ਇੱਕ ਜਗ੍ਹਾ ਭੇਜਦੇ ਹਾਂ, ਜਹਾਜ਼ ਭੇਜਦੇ ਹਾਂ। ਅੱਜ ਕੱਲ੍ਹ ਤਾਂ ਸਭ ਤੋਂ ਜ਼ਿਆਦਾ ਮਦਦ ਦੇ ਉੱਤੇ ਅੱਗੇ ਕੋਈ ਆਉਂਦਾ ਤਾਂ ਭਾਰਤ ਸਰਕਾਰ ਹੀ ਆਉਂਦੀ, ਚਾਹੇ ਕਿਸੇ ਵੀ ਮੁਸੀਬਤ, ਚਾਹੇ ਸੁਡਾਨ, ਕਿਤੇ ਵੀ ਤੁਸੀਂ ਦੇਖਿਆ ਲੜਾਈ, ਈਰਾਨ ਇਰਾਕ ਜੋ ਵੀ ਹੋਇਆ, ਔਰ ਉਹਦੇ 'ਚ ਜੋ ਮਦਦ ਕਰ ਸਕਦੀ ਉਹ ਤਾਂ ਕਰਾਂਗੇ, ਪਰ ਫੈਸਲਾ ਉਹਦੇ ਤੇ ਕੈਨੇਡਾ ਸਰਕਾਰ ਨੇ ਹੀ ਲੈਣਾ ਆ। ਔਰ ਮੈਨੂੰ ਜੋ ਪਤਾ ਲੱਗਿਆ ਕਿ ਉਹ ਸ਼ਾਇਦ ਇਹਦੇ ਤੇ ਵਿਚਾਰ ਕਰ ਰਹੇ ਨੇ ਕਿ ਗਲਤੀ ਸਾਡੀ ਵੀ ਹੈ, ਵਿਚਾਰ ਕਰ ਰਹੇ ਨੇ ਕਿ ਗਲਤੀ ਉਹਨਾਂ ਦੀ ਵੀ ਹੈ, ਔਰ ਜੇ ਉਹਨਾਂ ਦੀ ਗਲਤੀ ਹੈ ਤਾਂ ਸਜ਼ਾ ਸਿਰਫ ਬੱਚਿਆਂ ਨੂੰ ਹੀ ਕਿਉਂ ਮਿਲੇ, ਔਰ ਇਹ ਪ੍ਰੈਸ਼ਰ ਜਿਹੜਾ ਹੈ ਉਹ ਭਾਰਤ ਸਰਕਾਰ ਵੱਲੋਂ ਉਹਨਾਂ ਤੇ ਬਣਾਇਆ ਹੈ। ਹੁਣ ਆ ਜੀ ਆਪਾਂ ਜਿਹੜੇ ਏਜੰਟ ਬੈਠੇ ਇੰਡੀਆ ਦੇ ਵਿੱਚ ਜਿਹੜੇ ਆ ਗਲਤ ਕੰਮ ਕਰ ਰਹੇ ਉਹਨਾਂ ਦੇ ਉੱਤੇ ਸਰ ਜ਼ਰੂਰ ਮੈਂ ਕਹਿੰਦਾ ਵੀ ਜੇ ਕੋਈ ਬੱਚਾ ਪੜ੍ਹ ਲਿਖ ਕੇ ਸਹੀ ਚੰਗੇ ਤਰੀਕੇ ਨਾਲ ਆ ਰਿਹਾ ਕੋਈ ਗੱਲ ਨਹੀਂ, ਪਰ ਆ ਜਿਹੜਾ ਪੈਸੇ ਲੈ ਕੇ ਆਪਦੀ ਜੇਬ 'ਚ ਤੇ ਉਹਨਾਂ ਨੂੰ ਚੱਲ ਵੀ ਤੇਰਾ ਰੱਬ ਰੱਖਾ, ਉਹਨਾਂ ਮੁੰਡੇ ਕੁੜੀਆਂ ਬਹੁਤ ਖਰਾਬ ਹੋ ਰਹੇ ਉਹਨਾਂ ਦੇ ਉੱਤੇ ਸਰ। ਦੇਖ ਕੇ ਉਹਨਾਂ ਦੇ ਉੱਤੇ ਬਹੁਤ ਸਾਰੀ ਜਗ੍ਹਾ ਤੇ ਮੈਂ ਪੰਜਾਬ 'ਚ ਵੀ ਦੇਖਦਾ ਬਹੁਤ ਸਾਰੀਆਂ FIR ਹੋਈਆਂ ਆ, ਬਹੁਤ ਸਾਰੇ ਫਿਰ ਉਹਨਾਂ ਦੇ ਉੱਤੇ ਦਿੱਲੀ 'ਚ ਵੀ ਐਮਬੈਸੀਆਂ 'ਚ ਵੀ ਪਰਚੇ ਤਾਂ ਹੋਏ ਆ। ਪਰ ਕਿਉਂਕਿ ਅੱਜ ਕੱਲ੍ਹ ਲੋਕਾਂ ਦੇ ਟ੍ਰੈਂਡ ਹੈ ਜੇ ਇਹਨਾਂ ਨੂੰ ਮਾੜਾ ਜਿਹਾ ਖਿਚਾਈ ਕਰ ਦਿਓ, ਕਹਿਣਾ ਦੇਖੋ ਜੀ ਲੋਕ ਸਰਕਾਰ ਸਾਨੂੰ ਆਪ ਨੌਕਰੀ ਦਿੰਦੀ ਨਹੀਂ, ਸਾਨੂੰ ਕਾਰੋਬਾਰ ਕਰਨ ਨਹੀਂ ਦਿੰਦੀ। ਇਹ ਇੱਕ ਜਿਹੜਾ ਜ਼ਰੂਰ ਹੁੰਦਾ, ਪਰ ਇਹ ਗੱਲਾਂ ਲੋਕਾਂ ਨੂੰ ਸਮਝਾਉਣੀਆਂ ਬੜੀਆਂ ਔਖੀਆਂ ਨੇ ਕਿਉਂਕਿ ਲੋਕ ਸਵਾਰਥ ਇਸ ਮਾਮਲੇ 'ਚ ਹੈ ਕਿ ਮੇਰਾ ਮੁੰਡਾ ਚਲੇ ਜਾਵੇ, ਜਿਹਦੇ ਕੋਲ ਮੈਂ ਪਾਸਪੋਰਟ ਲਾਇਆ ਉਹ ਵਧੀਆ ਬੰਦਾ, ਉਹਦੇ ਥਰੂ ਕਰ ਦਿਓ, ਜੇ ਉਹਨੇ ਗਲਤੀ ਕਰਤੀ ਤਾਂ ਇਹਨੂੰ ਮਾਫ ਕਰ ਦੇ ਤੇ ਮੈਨੂੰ ਭੇਜ ਦੇ। ਉਹਦੇ 'ਚ ਸਾਡੀ ਸਰਕਾਰ ਦੇ ਲਈ ਇੱਕ ਜੀ ਮੁਹਿੰਮ ਬਣਾਉਣੀ ਚਾਹੀਦੀ ਜਿਸ 'ਚ ਸਰਕਾਰ ਦਾ ਸਹਿਯੋਗ ਹੋਣਾ ਚਾਹੀਦਾ। ਉਹ ਨਹੀਂ, ਹੁਣ ਸਰਕਾਰਾਂ ਤਾਂ ਕਹਿੰਦੀਆਂ ਕਿਤੇ ਉਹ ਡੰਕੀ ਦੇ ਵਿੱਚ ਜਾਓ ਹੀ ਨਾ, 2 ਨੰਬਰ 'ਚ ਜਾਓ ਹੀ ਨਾ, ਪਰ ਤੁਸੀਂ ਦੇਖੋ ਕਿ ਹਾਂ ਆਏ ਦਿਨ ਪੰਜਾਬ ਦੇ ਵਿੱਚੋਂ ਲੋਕ ਡੋਂਕੀ ਦੇ ਰਾਹੀਂ ਜਾ ਰਹੇ, ਕੋਈ ਮਰ ਰਿਹਾ, ਕੋਈ ਕੁਛ ਕਰ ਰਿਹਾ, ਔਰ ਬੁਰੇ ਹਾਲਾਤਾਂ 'ਚ ਪਹੁੰਚ ਰਹੇ ਨੇ। ਹੁਣ ਕੱਲਾ ਪੰਜਾਬ ਨਹੀਂ ਸਰ, ਹੁਣ ਤਾਂ ਹਰਿਆਣੇ 'ਚੋਂ ਬਹੁਤ ਆ ਰਹੇ, ਬਹੁਤ ਜ਼ਿਆਦਾ ਮੈਂ ਦੇਖਿਆ। ਤੁਸੀਂ ਦੇਖੋ ਜਿਹੜੇ ਕੈਨੇਡਾ ਵਾਲੇ ਆ ਉਹਦੇ ਦੱਸੋ ਕੌਣ ਆ, ਤੁਸੀਂ ਸਾਰੇ ਪੰਜਾਬ ਦੇ ਰਹਿੰਦੇ ਹੀ ਆ, ਠੀਕ ਹੈ ਨਾ। ਔਰ ਉਹ ਜਿਹੜੇ ਆ ਕੈਨੇਡਾ ਦੇ ਇਸ਼ੂ ਸਭ ਤੋਂ ਜ਼ਿਆਦਾ ਅਗਰੇਣੀ ਤਾਂ ਸਾਡੇ ਪੰਜਾਬ ਵਾਲੇ ਹੋਏ ਆ, ਬਾਕੀ ਵੀ ਹੋਏ ਆ। ਪਰ ਕਹਿਣ ਦਾ ਮਤਲਬ ਜਿੰਨਾ ਮਰਜ਼ੀ ਅਸੀਂ ਨਕੇਲ ਵੀ ਕੱਸੀਏ, ਪਰ ਲੋਕ ਫਿਰ ਚਾਹੁੰਦੇ ਆ ਕਿ ਅਸੀਂ ਚਾਹੇ ਨਹੀਂ ਸਾਨੂੰ ਸਿੱਧੇ ਰਾਹ ਮਿਲਿਆ, ਅਸੀਂ ਗਲਤ ਰਾਹ ਚਲੇ ਜਾਈਏ, ਜਿਹਦਾ ਜਿਹੜਾ ਨੁਕਸਾਨ ਉਹਦੇ ਅੱਛਾ ਜਿਹੜਾ ਸੈੱਟ ਹੋ ਜਾਂਦਾ ਉਹ 4 ਬੰਦਿਆਂ ਨੂੰ ਚੱਕਾ ਚਾਹੁੰਦਾ ਦੇਖ ਕੇ ਉਹ ਕਹਿੰਦਾ ਮੈਂ ਵੀ ਚੱਲਣਾ ਆ, ਮੈਂ ਵੀ ਚੱਲਦਾ। ਔਰ ਜਿਹੜੀ ਹੈ ਉਹ ਅਸੀਂ ਤਾਂ ਇਹੀ ਕਹਾਂਗੇ ਕਿ ਸਹੀ ਰਸਤਾ ਅਪਣਾ ਕੇ ਜਾਓ, ਅਦਰਵਾਈਜ਼ ਮਤ ਜਾਓ। ਔਰ ਜਾਂਦਿਆਂ ਨੂੰ ਉੱਥੇ ਕਿਹੜਾ ਤੁਹਾਡੇ ਲਈ ਰੋਟੀ ਬਣ ਲੈ ਕੇ ਕੋਈ ਮਾਂ ਬੈਠੀ ਹੈ, ਜਾਂਦਿਆਂ ਨੂੰ ਤੁਹਾਡੇ ਲਈ ਕਿਹੜਾ ਕਾਰੋਬਾਰ ਰੱਖਿਆ, ਕਿਸੇ ਦੀ ਕੋਈ ਐਡਜਸਟਮੈਂਟ ਹੋਏਗੀ, ਜਾ ਕੇ ਤਗੜਾ ਮਿਹਨਤ ਕਰਕੇ ਰਹੋਗੇ। ਪਰ ਉੱਥੇ ਜਿਹੜੇ ਕਿ ਸਨਮਾਨ ਦੇ ਨਾਲ ਜਾਓ, ਔਰ ਉਹਦੇ 'ਚ ਸਵਸਥ ਜਾਓ, ਤੁਹਾਡੇ ਆਪਣੇ ਵੀ ਨੁਕਸਾਨ ਹੁੰਦੇ। ਪਰ ਮੇਰਾ ਕਹਿੰਦਾ ਉਹਨੂੰ ਇਹਦੇ 'ਚ ਇਕੱਲਾ ਸਰਕਾਰ ਦਾ ਹੀ ਨਹੀਂ, ਸਾਡਾ ਸਹਿਯੋਗ ਬਹੁਤ ਵੱਡਾ ਜ਼ਰੂਰੀ ਹੈ ਜੀ। ਔਰ ਉਹ ਜਿਹੜਾ ਸਹਿਯੋਗ ਆ ਸਾਡੇ ਮੰਨ ਲਓ ਆਪਣਾ ਅਸੀਂ ਦੇਖਦੇ ਹੋਏ ਕਿਸੇ ਵੱਲ ਉਹਦੇ 'ਚ ਦੇਖਦੇ ਨਹੀਂ। ਸਰਕਾਰ ਤਾਂ ਕਹਿੰਦੀ ਕਿ ਲਿਆਓ ਸਾਨੂੰ ਕੰਪਲੇਂਟ ਦਿਓ, ਰੋਜ਼ ਆਏ ਦਿਨ FIR ਵੀ ਹੁੰਦੀਆਂ, ਫੜੇ ਵੀ ਜਾਂਦੇ ਆ, ਅੰਬੈਸੀਆਂ 'ਚ ਵੀ ਫੜੇ ਜਾਂਦੇ, ਦਿੱਲੀ 'ਚ ਵੀ ਬਹੁਤ ਸਾਰੇ ਲੋਕਾਂ ਦੇ ਉੱਤੇ ਪਰਚੇ ਹੁੰਦੇ। ਹੁਣ ਉਹ ਜਦੋਂ ਪਰਚੇ ਹੋ ਜਾਂਦੇ ਉਹ ਕਹਿੰਦੇ ਸਾਡਾ ਬੱਚਾ ਜਿਹੜਾ ਆ ਉਹ ਕਿਸੇ ਤਰੀਕੇ ਨਾਲ ਬਚਾ ਦਿਓ, ਏਜੰਟ ਦੇ ਏਜੰਟ ਫਸਾ ਦਿਓ, ਏਜੰਟ ਆਉਂਦਾ ਉਹ ਕਹਿੰਦਾ ਮੈਨੂੰ ਐਤਕੀ ਬਚਾ ਦਿਓ। ਮੰਨ ਲਓ ਹਰ ਗਲਤੀ ਕਰਨ ਤੋਂ ਬਾਅਦ ਉਹ ਪ੍ਰੈਸ਼ਰ ਪਾਉਂਦਾ ਆ, ਆਲੇ ਦੁਆਲੇ ਹੋਰ 4 ਬੰਦੇ ਇਕੱਠੇ ਕਰਕੇ ਲੈਂਦਾ, ਪੋਲੀਟੀਸ਼ੀਅਨ ਨੂੰ ਕਹਿੰਦਾ ਵੀ ਆਪਾਂ ਤੁਹਾਡੀ ਵੋਟਾਂ 'ਚ ਮਦਦ ਕਰਾਂਗੇ ਦੂਜੇ ਤਰੀਕੇ ਨਾਲ। ਇਹ ਵੀ ਮੰਨ ਲਓ ਕਰਦੇ ਆ ਲੋਕ, ਆਉਂਦੇ ਆ ਤੁਹਾਨੂੰ ਫਾਈਨੈਂਸ਼ੀਅਲੀ ਮਦਦ ਕਰ ਦੇਂਗੇ, ਤੁਹਾਨੂੰ ਉਹ ਕਰ ਦਿਆਂਗੇ। ਔਰ ਪੋਲੀਟੀਸ਼ੀਅਨ ਜਿਹੜੀ ਆ ਕੁਝ ਬੰਦਿਆਂ ਨੂੰ ਦੇਖਦੇ ਹੋਏ ਆਪਣਾ ਉਹ ਜਿਹੜਾ ਉਹਨਾਂ ਨੂੰ ਵੀ ਸਵਾਰਥ ਹੈ ਕਿ ਕੱਲ ਨੂੰ 4 ਵੋਟਾਂ ਸਾਡੀਆਂ ਵੱਧ ਜਾਣਗੀਆਂ, ਖਰਿਆ ਇਹਨਾਂ ਚੀਜ਼ਾਂ ਨਾਲ ਵੋਟਾਂ ਦਾ ਕੋਈ ਫਰਕ ਨਹੀਂ ਪੈਂਦਾ।
ਪਰ ਉਹ ਇਹਨਾਂ ਚੀਜ਼ਾਂ ਦੇ ਨਾਲ ਸਾਡੇ ਗਲਤੀਆਂ ਨੂੰ ਬੜਾਵਾ ਮਿਲਦਾ ਆ ਬੜਾਵਾ ਔਰ ਉਹਦੇ ਚ ਜਿਹੜਾ ਕੱਲਾ ਜੇ ਸਰਕਾਰ ਨੂੰ ਕਹਿ ਦਈਏ ਉਹ ਤਾਂ ਕੱਲਾ ਸਰਕਾਰ ਦਾ ਨਹੀਂ, ਉਹਦੇ ਚ ਸਾਡੇ ਸਮਾਜ ਦਾ ਵੀ ਬਹੁਤ ਵੱਡਾ ਯੋਗਦਾਨ ਹੋਣਾ ਚਾਹੀਦਾ ਇਹ ਚੀਜ਼ਾਂ ਸੁਧਾਰਨ ਦੇ ਲਈ। ਜੀ ਜੀ ਸਾਂਪਲਾ ਸਾਹਿਬ 1 ਮਿੰਟ ਹੈਗਾ ਆਪਣੇ ਕੋਲ, ਜੇ ਤੁਸੀਂ NRIs ਨੂੰ ਕੋਈ ਮੈਸੇਜ ਦੇਣਾ ਚਾਹੋ ਤਾਂ। ਦੇਖੋ ਮੈਂ ਤਾਂ NRIs ਭਰਾਵਾਂ ਨੂੰ ਕਹਾਂਗਾ ਕਿ ਦੇਖੋ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਬਹੁਤ ਸਾਰੀਆਂ ਮੱਲਾਂ ਮਾਰ ਰਹੀਆਂ ਪੂਰੀ ਦੁਨੀਆ ਦੇ ਵਿੱਚ, ਅੱਜ ਜੇ ਸਭ ਤੋਂ ਵੱਧ ਅੱਗੇ ਵਧੀਆ ਤਰੱਕੀਆਂ ਕੀਤੀਆਂ ਔਰ ਨਾਮਨੇ ਖੱਟੇ ਹੋਏ NRIs ਨੇ। ਪਰ ਇਹਨਾਂ ਜ਼ਰੂਰ ਹੈ ਕਿ ਵੀ ਗੁਰਦਾਸ ਮਾਨ ਤਾਂ ਮੈਂ ਕਈ ਵਾਰੀ ਗਾਣਾ ਸੁਣਿਆ, ਜਿਸ ਮੁਲਕ ਦਾ ਖਾਈਏ ਉਹਦਾ ਨਾਂ ਤਾਂ ਜ਼ਰੂਰ ਲੈਣਾ ਚਾਹੀਦਾ ਆ, ਉਹਦੇ ਗੁਣਗਾਨ ਵੀ, ਪਰ ਪਿਛੋਕੜ ਨੂੰ ਆਪਾਂ ਨਿੰਦਣਾ ਵਾਲਾ ਕੰਮ ਨਾ ਕਰੀਏ। ਬਸ ਇੰਨਾ ਕਿ ਪਿਛੋਕੜ ਜਿਹਨੂੰ ਤੁਸੀਂ ਛੱਡ ਕੇ ਆਏ ਅੱਜ ਬਹੁਤ ਅੱਗੇ ਵਧ ਰਿਹਾ, ਉਸ ਅੱਗੇ ਵਧਣ ਦੇ ਵਿੱਚ ਤੁਹਾਡਾ ਯੋਗਦਾਨ ਹੋਏਗਾ ਜਾਂ ਨਹੀਂ ਹੋਏਗਾ ਇਹ ਤਾਂ ਮੈਂ ਕਹਿ ਨਹੀਂ ਸਕਦਾ, ਪਰ ਤੁਹਾਡੀਆਂ ਸ਼ੁਭ ਕਾਮਨਾਵਾਂ ਉਹਦੇ 'ਚ ਬਹੁਤ ਜ਼ਰੂਰੀ ਚਾਹੀਦਾ, ਤੁਹਾਡਾ ਆਸ਼ੀਰਵਾਦ, ਤੁਹਾਡੀਆਂ ਦੁਆਵਾਂ ਬਹੁਤ ਚਾਹੀਦੀਆਂ, ਔਰ ਤੁਹਾਡੀਆਂ ਦੁਆਵਾਂ ਜਿਹੜੀਆਂ ਹਿੰਦੁਸਤਾਨ ਦੀ ਤਰੱਕੀ ਦੇ ਲਈ ਉਹ ਜਿਹੜੀਆਂ ਆਉਣ, ਔਰ ਨਾ ਕਿ ਕਿਤੇ ਸਵਾਰਥ ਦੀ ਆਪਾਂ ਰਾਜਨੀਤੀ ਦੇ ਵਿੱਚ ਬਾਕੀਆਂ ਦੇ ਵਿੱਚ ਉਹਦੇ ਸ਼ਾਮਿਲ ਹੋਈਏ ਔਰ ਆਪੋ ਆਪਣੇ ਗੁਣਗਾਨ ਕਰ ਲਿਆ। ਅਲੱਗ-ਅਲੱਗ ਕਿਤੇ ਨਾ ਕਿਤੇ ਦੇਸ਼ ਨੂੰ ਤੋੜਨ ਦੇ ਲਈ ਬਹੁਤ ਸਾਰੀਆਂ ਤਾਕਤਾਂ ਕੰਮ ਕਰ ਰਹੀਆਂ ਔਰ ਬਹੁਤ ਸਾਰੇ ਲੋਕ, ਔਰ ਉਹਨਾਂ ਦੇ ਨਾਲ ਮਿਲੇਗਾ ਕੁਛ ਨਹੀਂ, ਉਹਦੇ ਤੇ ਵਿਚਾਰ ਜ਼ਰੂਰ ਕਰਿਓ ਕਿ ਮਿਲੇਗਾ ਕੀ। ਔਰ ਇਸ ਕਰਕੇ ਜੇ ਦੇਸ਼ ਤਰੱਕੀ ਕਰ ਰਿਹਾ, ਅੱਜ ਦੁਨੀਆ ਦੇ ਕਿਸੇ ਕੋਨੇ 'ਚ ਬੈਠਾ ਭਾਰਤੀ ਜਿਹੜਾ ਆ ਦੇਸ਼ 'ਚ ਤਰੱਕੀ ਕਰਦਾ, ਉਹ ਛਾਤੀ ਚੌੜੀ ਕਰਕੇ ਗੱਲ ਕਰਦਾ ਸਾਡੇ ਇੰਡੀਆ 'ਚ ਆਓਗੇ, ਸਾਡੇ ਇੰਡੀਆ 'ਚ। ਪਰ ਜੇ ਉਹਨੂੰ ਆਪਾਂ ਬਹੁਤ ਸਾਰੇ ਲੱਗੇ, ਉਹਨੂੰ ਦੂਸਰੇ ਪੱਖ ਨੂੰ ਵੀ ਲੱਗੇ ਆ, ਉਹਦਾ ਨੁਕਸਾਨ ਹੋਏਗਾ, ਤਾਂ ਸ਼ਾਇਦ ਸਾਡੀ ਛਾਤੀ ਉਹ ਚੌੜੀ ਨਹੀਂ ਹੋਏਗੀ। ਔਰ ਅਸੀਂ ਇਹ ਜ਼ਰੂਰ ਕਹਾਂਗੇ ਕਿ ਦੂਸਰੀ ਗੱਲ ਮੈਂ ਇਹ ਜਰਾ ਕਹਾਂਗਾ ਕਿ ਅੱਜ ਬਹੁਤ ਸਾਰੇ ਲੋਕ ਇਹ ਕਹਿੰਦੇ ਹੋਣਗੇ ਕਿ ਡਾਲਰ ਬਹੁਤ ਵੱਧਿਆ, ਰੁਪਈਆ ਬਹੁਤ ਘਟ ਰਿਹਾ, ਇਹ ਸਵਾਲ ਤੁਹਾਡੇ ਮਨਾਂ 'ਚ ਵੀ ਹੋਏਗਾ। ਔਰ ਉਹਦੇ 'ਚ ਤੁਸੀਂ ਵੀ ਦੇਖੋ ਕਿ ਬਹੁਤ ਸਾਰਿਆਂ ਨੂੰ ਮੈਂ ਦੇਖਦਾ ਅਰਬਾਂ ਖਰਬਾਂ ਰੁਪਈਆ ਡੇਲੀ ਹਿੰਦੁਸਤਾਨ 'ਚੋਂ ਵਿਦੇਸ਼ਾਂ 'ਚ ਲੈ ਕੇ ਜਾ ਰਹੇ ਆ। ਕੌਣ ਲੈ ਕੇ ਜਾ ਰਿਹਾ? NRI ਭਰਾ। ਔਰ ਉਹ ਬੱਚਿਆਂ ਨੂੰ ਉੱਥੇ ਤਾਂ ਪੜ੍ਹਾ ਰਹੇ, ਉੱਥੇ ਪੈਸਾ ਖਰਚ ਰਹੇ। ਜਦੋਂ ਦੇਸ਼ ਦੇ ਵਿੱਚੋਂ ਅਰਬਾਂ ਖਰਬਾਂ ਡੇਲੀ ਜਾਏਗਾ ਤਾਂ ਨਿਸੰਦੇਹ ਡਾਲਰ ਮਜ਼ਬੂਤ ਹੋਏਗਾ, ਸਾਡਾ ਪੈਸਾ ਕਮਜ਼ੋਰ ਹੋਏਗਾ। ਔਰ ਉੱਥੇ ਜਾ ਕੇ ਵੀ ਤੁਸੀਂ ਜਿਹੜਾ ਆ, ਪਹਿਲਾਂ NRI ਜਾਂਦਾ ਸੀ ਤਾਂ ਦੇਸ਼ ਲਈ ਪੈਸਾ ਕਮਾਉਂਦਾ ਸੀ, ਸਾਡੀ ਅਰਥ ਵਿਵਸਥਾ 'ਚ ਬਹੁਤ ਵੱਡਾ ਯੋਗਦਾਨ NRI ਸੀ। ਸਾਡੀ ਜਿਹੜੀ ਅਗਰ ਅਸੀਂ ਕਹਿੰਦੇ ਦੁਆਬੇ 'ਚੋਂ NRI ਕੱਢ ਦਈਏ ਤਾਂ ਕੀ ਹੈ ਅਸੀਂ, ਪਰ ਅੱਜ ਦੀ ਡੇਟ 'ਚ ਦੇਖੀਏ ਕਿ ਜੇ NRI ਮੰਨ ਲਓ ਪੈਸਾ ਨਾ ਲਿਜਾਣ, ਉਹ ਆਪਣੀਆਂ ਪ੍ਰਾਪਰਟੀਆਂ ਵੇਚ ਕੇ ਪੈਸਾ ਨਾ ਲਿਜਾਣ, ਉਹ ਜੇ ਪ੍ਰਾਪਰਟੀ ਵੇਚਣੀ ਵੀ ਤਾਂ ਪੈਸਾ ਵੀ ਇੱਥੇ ਜਮ੍ਹਾਂ ਕਰ ਸਕਦੇ ਨੇ ਪ੍ਰਾਪਰਟੀ 'ਚ, ਪਰ ਉਹਦੇ ਨਾਲ ਜਾਣ ਦੇ ਨਾਲ ਸਾਡੀ ਅਰਥ ਵਿਵਸਥਾ ਬਹੁਤ ਕਮਜ਼ੋਰ ਹੋ ਗਈ ਔਰ ਅਸੀਂ ਇਨਵੈਸਟਰ ਲੱਭ ਰਹੇ ਹਾਂ ਔਰ ਸਾਡੀ ਇਨਵੈਸਟਮੈਂਟ ਦੂਸਰੇ ਪਾਸੇ ਜਾ ਰਹੀ ਹੈ। ਸੋ ਉਹਦੇ 'ਚ ਤੁਹਾਡਾ, ਮੈਂ ਦੇਸ਼ ਦੇ ਲਈ, ਮੈਂ ਆਪਣੇ ਨਿੱਜੀ ਕਿਤੇ ਲਈ ਨਹੀਂ, ਮੈਂ ਦੇਸ਼ ਦੇ ਲਈ, ਦੇਸ਼ ਦੀ ਤਰੱਕੀ ਦੇ ਲਈ ਤੁਹਾਡੇ ਕੋਲ ਹੱਥ ਬੰਨ੍ਹ ਕੇ ਜ਼ਰੂਰ ਬੇਨਤੀ ਕਰਦਾ। ਠੀਕ ਹੈ, ਬਹੁਤ ਬਹੁਤ ਧੰਨਵਾਦ ਸਾਂਪਲਾ ਸਾਹਿਬ, ਬਹੁਤ ਵਧੀਆ ਤੁਸੀਂ ਅਰਲੀ ਮਾਰਨਿੰਗ ਸਾਡੇ ਲਈ ਟਾਈਮ ਕੱਢਿਆ, ਬੜੇ ਮਸ਼ਗੂਲ ਆ ਸਰ, ਮੁੱਦੇ ਹੋਰ ਬਹੁਤ ਸੀ, ਕੁਝ ਦਿਨਾਂ ਤੱਕ ਫਿਰ ਤੁਹਾਨੂੰ ਤਕਲੀਫ ਦੇਵਾਂਗੇ, ਅੱਜ ਤੁਸੀਂ ਟਾਈਮ ਕੱਢਿਆ, ਬਹੁਤ ਬਹੁਤ ਧੰਨਵਾਦ ਸਰ ਜੀ। ਦਰਸ਼ਕੋ, SN ਵਿਜੇ ਸਾਂਪਲਾ SC ਕਮਿਸ਼ਨ ਦੇ ਚੇਅਰਮੈਨ, ਬਹੁਤ ਵਧੀਆ ਐਲੈਬੋਰੇਸ਼ਨ ਤਾਂ ਵਕਤ ਇਜਾਜ਼ਤ ਨਹੀਂ ਦੇ ਰਿਹਾ। ਅੱਜ ਦਾ ਪ੍ਰੋਗਰਾਮ ਇੱਥੋਂ ਤੱਕ ਹੀ ਸੀ, ਤੁਹਾਡੀ ਟਿੱਪਣੀਆਂ ਦੀ ਵੇਟ ਰਹੂਗੀ। ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।